ਪੁੱਠਾ ਸ਼ਬਦ ਨਾ ਬੋਲਦੀ ਮੁੜ ਕੇ ਤੇ ਘਸਾਣ ਦੇ ਨਹੀਂ ਮੈਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਥੋੜਾ ਕੰਫਰਟੇਬਲ ਮੂਡ ਦੇ ਵਿੱਚ ਅਸੀਂ ਬੈਠੇ ਹਾਂ। ਮੈਂ ਬੰਗੇ ਪਹੁੰਚਿਆ ਸੀ ਹਰਦੀਪ ਜੀ ਹੋਰਾਂ ਕੋਲ, ਤੇ ਚਰਚਾ ਹੋ ਰਹੀ ਸੀ ਕਿ ਜਿਹੜੀ ਫੈਮਿਲੀ ਪਲੈਨਿੰਗ ਹੈ ਕਿੰਨੀ ਕੁ ਜ਼ਰੂਰੀ ਹੈ ਔਰ ਕਿਸ ਤਰੀਕੇ ਨਾਲ ਇਹਦੀ ਫੈਮਿਲੀ ਪਲੈਨਿੰਗ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਜੇ ਹੋਣੀ ਚਾਹੀਦੀ ਹੈ ਤਾਂ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਜੇ ਨਹੀਂ ਹੋਣੀ ਚਾਹੀਦੀ ਤਾਂ ਕਿਉਂ ਨਹੀਂ ਹੋਣੀ ਚਾਹੀਦੀ ਔਰ ਕਿਸ ਤਰ੍ਹਾਂ ਨਹੀਂ ਹੋਣੀ ਚਾਹੀਦੀ, ਕਿਹੜੇ ਹਾਲਾਤਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ। ਅਜਿਹੇ ਦੇ ਵਿੱਚ ਕੰਫਰਟੇਬਲ ਮਾਹੌਲ ਦੇ ਵਿੱਚ ਅਸੀਂ ਬੈਠੇ ਹਾਂ। ਗ੍ਰੀਨ ਟੀ ਦੀਆਂ ਚੁਸਕੀਆਂ ਵੀ ਅਸੀਂ ਨਾਲ ਲੈ ਰਹੇ ਹਾਂ। ਕੁਝ ਕੁ ਦਿਨ ਪਹਿਲਾਂ ਮੇਰੇ ਦੋਸਤ ਦਾ ਇੱਕ ਫੋਨ ਆਉਂਦਾ ਹੈ ਜਿਸ ਦੇ ਵਿੱਚ ਜਦੋਂ 4-5 ਸਾਲ ਹੋ ਚੁੱਕੇ ਨੇ ਉਸਦੇ ਵਿਆਹ ਨੂੰ, ਪਰ ਉਹਨੇ ਇੱਕ ਸ਼ਬਦ ਬੋਲਿਆ ਕਿ ਮੈਂ ਹਜੇ ਬੱਚਾ ਪਲਾਨ ਨਹੀਂ ਕੀਤਾ, ਯਾਨੀ ਬੱਚੇ ਦੀ ਯੋਜਨਾ ਨਹੀਂ ਬਣਾਈ। ਤਾਂ ਮੇਰੇ ਮੂੰਹ ਚੋਂ ਸਹਿਜ ਸੁਭਾਅ ਨਿਕਲ ਗਿਆ ਕਿ ਉਹ ਦੋਸਤਾ, ਉਹ ਮਿੱਤਰਾ, ਰੱਬ ਨਾ ਬਣੀਏ। ਕਿਉਂਕਿ ਜਦੋਂ ਵੀ ਇਨਸਾਨ ਨੇ, ਮਨੁੱਖ ਨੇ ਉਸ ਕੁਦਰਤ ਦੀ ਖੇਲ ਦੇ ਵਿੱਚ, ਰੰਗ ਦੇ ਵਿੱਚ ਭੰਗ ਪਾਇਆ ਤਾਂ ਉਹਨੂੰ ਮੁਸੀਬਤਾਂ, ਉਹਨੂੰ ਬਿਮਾਰੀਆਂ ਆ ਚਿੰਬੜੀਆਂ ਨੇ। ਸਾਡੇ ਨਾਲ ਨੇਵਲ ਅਮਰਤਾਲੇ ਜਿਹੜੇ ਡਾਕਟਰ ਸੰਜੀਵ ਨੇ, ਡਾਕਟਰ ਸ਼ਾਮ ਜੀ ਨੇ, ਤੇ ਇਹ ਸਾਰੇ ਕਨਸੈਪਟ ਨੂੰ ਦੇਖਣ ਵਾਲੇ ਜਿਹੜੇ ਹਰਦੀਪ ਜੀ ਸਾਡੇ ਨਾਲ ਨੇ। ਅਸੀਂ ਸਹਿਜ ਸੁਭਾਅ ਬੈਠੇ ਸੀ, ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਸੀ, ਧੁੱਪ ਦਾ ਵੀ ਨਾਲੋਂ ਨਾਲ ਆਨੰਦ ਅਸੀਂ ਲੈ ਰਹੇ ਹਾਂ। ਤੇ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਕਿ ਜਦੋਂ ਅਸੀਂ ਰੱਬ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਜਦੋਂ ਇਹ ਸੋਚਦੇ ਹਾਂ ਕਿ ਹਜੇ ਬੱਚਾ ਲੈਣਾ ਜਾਂ ਨਹੀਂ ਲੈਣਾ, ਤਾਂ ਉਹਦੇ ਨਾਲ ਬਹੁਤ ਜ਼ਿਆਦਾ ਦਿੱਕਤਾਂ, ਪਰੇਸ਼ਾਨੀਆਂ ਜਿਹੜੀਆਂ ਉਹ ਆਮ ਔਰਤ ਨੂੰ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮਰਦ ਨੂੰ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੰਜੀਵ ਜੀ ਨੇ ਸਾਡੇ ਨਾਲ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸੰਜੀਵ ਜੀ, ਜਿਵੇਂ ਤੁਸੀਂ ਦੱਸ ਰਹੇ ਸੀ, ਮਾਫ ਕਰਨਾ, ਕਿ ਜਦੋਂ ਅਸੀਂ ਰੱਬ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੀ ਸ੍ਰਿਸ਼ਟੀ ਦੇ ਰੰਗ ਦੇ ਵਿੱਚ ਭੰਗ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਫਿਰ ਹਾਲਾਤ ਕਿਹੋ ਜਿਹੇ ਹੁੰਦੇ ਨੇ? ਪਹਿਲਾਂ ਤਾਂ ਇਹ ਦੱਸੋ ਕਿ ਜਿਹੜੇ ਬੰਦੇ ਇਹ ਕਹਿ ਦਿੰਦੇ ਨੇ ਵਿਆਹ ਨੂੰ ਮਹੀਨਾ ਜਾਂ 2 ਮਹੀਨੇ, ਕਹਿੰਦੇ ਨੇ ਜੀ ਇਸ ਤਾਂ ਹਜੇ ਇੰਜੋਏ ਕਰਨਾ, ਹਜੇ ਤਾਂ ਸਾਡਾ ਸਾਲ ਹੋਇਆ ਵਿਆਹ ਨੂੰ, ਤੇ ਫਿਰ ਉਹ ਉਸ ਤੋਂ ਬਾਅਦ ਮੈਂ ਐਸੇ ਜੋੜਿਆਂ ਦਾ ਮੈਂ ਖੁਦ ਗਵਾਹ ਹੈਗਾ, ਅਜਿਹੇ ਦੋਸਤ ਮਿੱਤਰਾਂ ਦਾ ਮੈਂ ਖੁਦ ਗਵਾਹ ਹਾਂ ਕਿ ਜਿਨ੍ਹਾਂ ਨੇ ਫਿਰ 20 ਸਾਲ ਹੋ ਗਏ, ਮੁੜ ਕੇ ਉਹਨਾਂ ਦੇ ਬੱਚਾ ਨਹੀਂ ਹੋਇਆ। ਅਸੀਂ ਇਹ ਨਹੀਂ ਕਹਿੰਦੇ ਕਿ ਪਲਾਨ ਨਾ ਕਰੋ, ਪਰ ਜਦੋਂ ਤੁਹਾਡਾ ਵਿਆਹ ਹੋ ਗਿਆ ਤੇ ਵਿਆਹ ਤੋਂ ਬਾਅਦ ਜੋ ਚੀਜ਼ ਨੈਚੁਰਲ ਤਰੀਕੇ ਨਾਲ ਆ ਰਹੀ ਹੈ ਤੇ ਉਹਨੂੰ ਆਉਣ ਦਿਓ। ਜੇਕਰ ਅਸੀਂ ਉਸ ਚੀਜ਼ ਨੂੰ ਰੋਕਦੇ, ਮੈਨੂੰ ਲੱਗਦਾ ਹੈ ਕਿ ਅਸੀਂ ਦੋਸ਼ੀ ਬਣਦੇ ਹਾਂ ਕੁਦਰਤ ਦੇ। ਡਾਕਟਰ ਸਾਹਿਬ, ਬਿਲਕੁਲ ਸਰ, ਦੋਸ਼ੀ ਬਣਦੇ ਆ ਜੀ। ਦੇਖੋ, 2 ਤਰੀਕੇ ਹੈਗੇ ਆ। ਤੁਸੀਂ ਖੁਦ ਗੱਲ ਕੀਤੀ ਹੈ ਫੈਮਿਲੀ ਪਲੈਨਿੰਗ ਦੀ। ਫੈਮਿਲੀ ਪਲੈਨਿੰਗ ਜਿਹੜੀ ਹੈਗੀ ਆ, ਇਹ ਵੀ ਮੇਰੇ ਨਜ਼ਰੀਏ ਦੇ ਹਿਸਾਬ ਦੇ ਨਾਲ 2-3 ਪ੍ਰਕਾਰ ਦੇ ਨਾਲ ਫੈਮਿਲੀ ਪਲਾਨਿੰਗ ਨੂੰ ਆਪਾਂ ਖੋਲ ਸਕਦੇ ਵੇ। ਕੀ ਚੀਜ਼ ਹੈਗੀ ਆ ਫੈਮਿਲੀ ਪਲੈਨਿੰਗ? ਕੀ ਅਸੀਂ ਆਪਣੀ ਫੈਮਿਲੀ ਨੂੰ ਸੈੱਟ ਕਰਨ ਦੀ ਪਲੈਨਿੰਗ ਕਰ ਰਹੇ ਹਾਂ, ਜਾਂ ਸਾਡੀ ਫੈਮਿਲੀ ਪਲੈਨਿੰਗ ਦੇ ਵਿੱਚ ਇਹ ਚੀਜ਼ ਆਉਂਦੀ ਹੈ ਵੀ ਜੀ ਅਸੀਂ ਮਤਲਬ ਜਿਹੜੇ ਬੱਚੇ ਹੈਗੇ ਆ ਸਾਡੇ, ਵੀ ਅਸੀਂ 1 ਜਾਂ 2 ਹੀ ਪੈਦਾ ਕਰਨੇ ਆ ਜਾਂ 3 ਹੀ ਪੈਦਾ ਕਰਨੇ ਹੈਗੇ ਆ। ਇੱਕ ਇਹ ਫੈਮਿਲੀ ਪਲੈਨਿੰਗ ਹੈਗੀ ਆ। ਲੇਕਿਨ ਆਮ ਤੌਰ ਤੇ ਜਿਹੜੀ ਨਵੇਂ ਜੋੜਿਆਂ ਦੀ ਗੱਲ ਆ ਜਾਂਦੀ ਹੈ ਨਾ, ਵੀ ਵਿਆਹ ਤੋਂ ਬਾਅਦ ਅਸੀਂ ਇੰਜੋਏ ਕਰਨਾ ਹੈਗਾ ਆ, ਅਸੀਂ ਤਾਂ ਜੀ ਅਜੇ 2-3 ਸਾਲ ਬੱਚਾ ਜਿਹੜਾ ਹੈਗਾ ਉਹ ਪਲਾਨ ਨਹੀਂ ਕਰ ਰਹੇ। ਦੇਖੋ, ਜੇ ਉਹ ਬੱਚਾ 2-3 ਸਾਲ ਲਈ ਪਲਾਨ ਨਹੀਂ ਕਰ ਰਹੇ, ਇਹਦਾ ਮਤਲਬ ਕੀ ਆ? ਉਹ ਕੁਛ ਨਾ ਕੁਛ ਗੈਰ ਕੁਦਰਤੀ ਚੀਜ਼ ਉਹ ਇਸਤੇਮਾਲ ਕਰਨਗੇ। ਗੈਰ ਕੁਦਰਤੀ ਚੀਜ਼ ਦੇ ਵਿੱਚ ਆਮ ਤੌਰ ਤੇ ਜਿਹੜੇ ਮਰਦ ਹੈਗੇ ਆ, ਉਹ ਕੁਛ ਵੀ ਇਸਤੇਮਾਲ ਕਰਨਾ ਨਹੀਂ ਚਾਹੁੰਦੇ ਜੀ। ਗੈਰ ਕੁਦਰਤੀ ਚੀਜ਼, ਮੰਨ ਲਓ ਆਪਾਂ ਕੰਡੋਮ ਦੀ ਗੱਲ ਕਰਦੇ, ਬਹੁਤ ਵਾਰ ਔਰਤਾਂ ਵੀ ਹੁੰਦੀਆਂ ਨੇ, ਉਹ ਵੀ ਨਹੀਂ ਚਾਹੁੰਦੀਆਂ। ਔਰਤਾਂ ਚਾਹੁੰਦੀਆਂ ਨਹੀਂ ਹੈਗੀਆਂ ਯੂਜ਼ ਕਰਨਾ, ਲੇਕਿਨ ਔਰਤ ਨੂੰ ਧੱਕੇ ਦੇ ਨਾਲ ਫਿਰ ਇਹ ਹੋ ਗਿਆ ਵੀ ਤੁਸੀਂ ਜੀ ਗਰਭ ਨਿਰੋਧਕ ਗੋਲੀ ਆ ਜਿਹੜੀ ਉਹ ਤੁਸੀਂ ਲੈਣੀ ਸ਼ੁਰੂ ਕਰੋ। ਜੈਂਟਸ ਨੂੰ ਇਹ ਹੋ ਜਾਂਦਾ। ਇਹ ਟ੍ਰੈਂਡ ਕਿੱਥੋਂ ਆਇਆ? ਮੈਂ ਅਕਸਰ ਆਪਾਂ ਇਹੀ ਸਾਰੀਆਂ ਗੱਲਾਂ ਕਰ ਰਹੇ ਹਾਂ ਹਰਦੀਪ ਜੀ, ਕਿ ਜਿਹੜਾ ਇਹ ਟ੍ਰੈਂਡ ਹੈਗਾ, ਗਰਭ ਨਿਰੋਧਕ ਗੋਲੀਆਂ ਹੋ ਗਈਆਂ ਜਾਂ ਵੈਸੇ ਕੰਡੋਮ ਦਾ ਯੂਜ਼ ਹੋ ਗਿਆ, ਤੇ ਤੁਹਾਡੇ ਕੋਲ ਇੱਥੇ ਵਾਹਵਾ ਗਿਣਤੀ ਦੇ ਵਿੱਚ ਮਰੀਜ਼ ਇੱਥੇ ਆਉਂਦੇ ਨੇ। ਤੁਹਾਡਾ ਤਜਰਬਾ ਕੀ ਕਹਿੰਦਾ? ਤੁਹਾਡੇ ਦਿਲ ਦੇ ਜਜ਼ਬਾਤ ਕੀ ਨੇ? ਕਾਸਿਫ ਭਾਜੀ, ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗਾ, ਕਿਉਂਕਿ ਜਿੱਦਾਂ ਆਪਾਂ ਹੁਣ ਸਧਾਰਨ ਗੱਲ ਕਰਦੇ ਹਾਂ ਕਿ ਕੁਦਰਤ ਕੀ ਚੀਜ਼ ਹੈ। ਪਹਿਲੀ ਗੱਲ ਤਾਂ ਜਿੱਦਾਂ ਗੱਲੇ ਆਪਣੀ ਛਿੜ ਗਈ ਹੋ ਕਿ ਪਲਾਨਿੰਗ, ਹਨਾ, ਫੈਮਿਲੀ ਪਲਾਨਿੰਗ। ਹੁਣ ਪਲਾਨਿੰਗ ਸ਼ੁਰੂ ਕਿੱਥੋਂ ਹੁੰਦੀ ਆ ਜੀ? ਬੱਚਾ 26 ਸਾਲ ਦੀ ਉਮਰ 'ਚ ਜਾ ਕੇ ਵਿਆਹਣਾ ਪਲਾਨਿੰਗ ਹੁੰਦੀ। 26 ਸਾਲ ਦੀ ਪਹਿਲਾਂ ਸੋਚ ਲੈਂਦੇ ਕਿ ਸਾਡਾ ਬੱਚਾ ਜੀ ਪਹਿਲਾਂ BA ਕਰੂ, MA ਕਰੂ। ਜੇ ਆ ਜਾਣਾ 26 ਸਾਲ ਤੱਕ ਆ ਗਿਆ, 28 ਸਾਲ ਤੱਕ ਚਲ ਗਿਆ। ਮੇਰੇ ਫਾਦਰ ਸਾਹਿਬ ਨੇ ਤਾਂ +2 ਵਿਆਹ ਤੋਂ ਬਾਅਦ ਕੀਤੀ। ਉਹੀ ਗੱਲ ਆ ਨਾ, 26 ਸਾਲ ਤੱਕ ਤਾਂ ਪਹਿਲਾਂ ਚੱਲ ਗਏ ਆ। ਉਸ ਤੋਂ ਬਾਅਦ ਕੀ ਹੁੰਦਾ? ਉਹ 4 ਸਾਲ ਫਿਰ ਆਪਣੀ ਪਲਾਨਿੰਗ 'ਚ ਪੈ ਗਏ। ਕਿੰਨੇ ਹੋ ਗਏ? 30 ਸਾਲ ਹੋ ਗਏ।
ਜੋ ਸਾਡਾ ਸਰੀਰਕ ਢਾਂਚਾ ਆ, ਜੋ ਸਾਡੀਆਂ ਖੁਰਾਕਾਂ ਆ ਅੱਜ ਦੇ ਸਮੇਂ ਦੇ ਵਿੱਚ, ਉਹ 30 ਸਾਲ 'ਚ ਜਾ ਕੇ ਸਾਡੇ ਵਾਲਾ ਸਿਸਟਮ ਛੁੱਟੀ ਤੇ ਹੋ ਜਾਂਦਾ। ਡਾਕਟਰ ਵਾਲੀ ਵੀ ਸਾਡੇ ਨਾਲ ਆ ਗਿਆ, ਨਾਲ ਦੀ ਨਾਲ ਸਾਡੀ ਟੀਮ ਸਾਰੀ ਦੀ ਸਾਰੀ ਆ ਰਹੀ ਆ। ਤੇ ਸੋ ਪਲਾਨਿੰਗ ਕੀ ਹੁੰਦੀ ਆ, 30 ਸਾਲ ਤੱਕ ਚੱਲ ਜੰਨੇ ਆ। 30 ਸਾਲ 'ਚ ਜਾ ਕੇ ਜਿਹੜੀਆਂ ਅਸੀਂ ਟੈਬਲੇਟਾਂ ਖਾਧੀਆਂ ਹੋਈਆਂ ਆ, ਖਾਸ ਕਰਕੇ ਜਿੱਦਾਂ ਸੰਜੀਵ ਭਾਈ ਨੇ ਕਿਹਾ ਲੱਗੇ, ਲੇਡੀਜ਼ ਨੂੰ ਹੀ ਦਿੱਤੀਆਂ ਜਾਂਦੀਆਂ ਜ਼ਿਆਦਾਤਰ, ਉਹ ਬੱਚੇਦਾਨੀ ਵੀਕ ਹੋਣੀ ਸ਼ੁਰੂ ਹੋ ਗਈ। ਜਿਹੜੀ ਅਸੀਂ ਪਲਾਨਿੰਗ ਕਰ ਰਹੇ ਸੀ ਕਿ ਅਸੀਂ ਬੱਚਿਆਂ ਲਈ ਇਹ ਕਰਨਾ, ਫਿਰ ਅਸੀਂ ਪਲਾਨਿੰਗ ਕਰਨ ਲੱਗ ਪੈਂਗੇ ਬੱਚਾ ਕਿੱਦਾਂ ਹੋਵੇ। ਫਿਰ ਅਸੀਂ ਡਾਕਟਰਾਂ ਕੋਲ, ਸਾਡੇ ਕੋਲ ਲਾਈਨ ਲੱਗਦੀ ਹੈ ਇਸ ਚੀਜ਼ ਦੀ ਕਿ ਸਾਡੀ ਆਹ ਪ੍ਰੋਬਲਮ ਆ। ਭਾਜੀ ਪ੍ਰੋਬਲਮਾਂ ਤਾਂ ਆਪੇ ਸਹਿੜੀ ਜਾ ਰਹੇ ਆ। ਕੁਦਰਤ ਨੇ ਜੋ ਦਿੱਤਾ, ਮੰਨ ਲਓ ਤੁਹਾਡੀ 22 24 25 ਸਾਲ ਦੀ ਉਮਰ 'ਚ ਮੈਰਿਜ ਹੋ ਗਈ, ਕਦੇ ਨਾ ਕਹੋ ਕਿ ਮੈਂ 5 ਸਾਲ ਵੇਟ ਕਰਨੀ ਆ। ਜੇ ਉਹ 5 ਸਾਲ ਨਾ ਆਏ, ਫਿਰ ਮਤਲਬ ਪਹਿਲੇ ਬੱਚੇ ਵਾਸਤੇ ਡਿਲੇ ਨਾ ਕਦੇ ਨਾ ਕਰੋ। ਮੈਂ ਇਸ ਹੱਕ 'ਚ ਨਹੀਂ ਹੈਗਾ। ਜਿਹੜਾ ਪਹਿਲੇ ਬੱਚੇ ਲਈ ਡਿਲੇ ਕਰਦਾ ਨਾ, ਤਾਂ 100% ਹੈ ਕਿ ਉਹਦੇ ਕੋਲ ਦੂਜਾ ਬੱਚਾ ਆਉਂਦਾ ਹੀ ਨਹੀਂ। ਜੋ ਮੈਨੂੰ ਲੱਗਦਾ ਕਿ ਪਹਿਲੇ ਬੱਚੇ ਲਈ ਇੰਨੀਆਂ ਕੀਸੀਆਂ ਨਿਕਲ ਜਾਂਦੀਆਂ ਬੰਦੇ ਦੀਆਂ, ਉਹ ਉਸ ਲੈਵਲ ਤੱਕ ਚਲਾ ਜਾਂਦਾ। ਵੀ ਡਰ ਜਾਂਦੀ ਹੈ ਨੈਚੁਰਲੀ ਭਾਜੀ, ਨੈਚੁਰਲੀ ਇਹ ਚੀਜ਼ ਤਾਂ 100% ਦੇਖੋ। ਜੇ ਤੁਸੀਂ 30 ਸਾਲ ਤੱਕ ਬੱਚਾ ਨਹੀਂ ਨਾ ਲੈ ਪਾਏ, ਕੁਦਰਤ ਦੇ ਫਲੋ ਤੋਂ ਬਾਹਰ ਹੋ ਗਏ। ਕੁਦਰਤ ਦੀ ਕੋਈ ਵੀ ਚੀਜ਼ ਆ, ਚਲੋ ਇਹ ਤਾਂ ਆਪਣੇ ਇਨਸਾਨੀ ਹੈਗੀ ਆ, ਇਨਸਾਨ ਦੇ ਜੰਮੇ ਦੀ ਗੱਲ ਕਰਦੇ ਆ। ਕੁਦਰਤ ਕੇ ਪਸ਼ੂ ਪੰਛੀ ਕਦੇ ਤੁਸੀਂ ਨੋਟ ਕੀਤੇ ਕੋਈ ਪਲਾਨਿੰਗ ਕਰਦੇ? ਕਦੇ ਦੇਖਿਆ ਕਿ ਤੁਸੀਂ ਕੋਈ ਜਾਨਵਰ ਜੋ ਅੰਡੇ, ਮੁਰਗੀ ਇੱਕ ਟਾਈਮ ਤੇ ਆਂਦੀ ਅੰਡੇ ਦੇਣ ਲੱਗ ਪੈਂਦੀ ਹੈ, ਠੀਕ ਹੈ ਨਾ। ਇਨਸਾਨ ਹੀ ਐਡਾ ਸਮਝਦਾਰ ਹੋ ਗਿਆ ਕਿ ਉਹ ਪਲਾਨਿੰਗਾਂ ਕਰਨ ਲੱਗ ਪਿਆ। ਵੱਡੀ ਗੱਲ, ਬਹੁਤ ਵੱਡੀ ਗੱਲ ਹੈ। ਤੇ ਫਿਰ ਡਾਕਟਰ ਸਾਹਿਬ ਸਾਨੂੰ ਦੱਸੋਗੇ ਕਿ ਜਿਹੜੀਆਂ ਕੁੜੀਆਂ ਚਿੜੀਆਂ ਸਾਡੀਆਂ ਭੈਣਾਂ ਹਨਾ, ਘਰਾਂ ਦੇ ਵਿੱਚ ਪਲਾਨਿੰਗ ਨੂੰ ਲੈ ਕੇ ਬੜੀਆਂ ਸੈਂਸਿਟਿਵ ਨੇ, ਔਰਤਾਂ ਵੀ ਮਰਦ ਵੀ, ਤੇ ਉਹ ਉਸ ਪਲਾਨਿੰਗ ਦੇ ਤਹਿਤ ਫਿਰ ਜਿਹੜੀਆਂ ਗਰਭ ਨਿਰੋਧਕ ਗੋਲੀਆਂ ਨੇ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੀਆਂ ਨੇ। ਕੀ ਹੁੰਦਾ ਅੰਦਰ? ਮੈਂ ਤਾਂ ਬਹੁਤ ਵਿਰੋਧ ਕਰਦਾ ਜਦੋਂ ਮੈਨੂੰ ਪਤਾ ਲੱਗਦਾ ਹੈ ਆਪਣੀ ਮਾਂ ਦੇ ਜ਼ਰੀਏ ਜਾਂ ਜਿਸ ਨਾਲ ਮੈਂ ਕੰਫਰਟੇਬਲ ਹੈਗਾ ਆਪਣੀ ਵਾਈਫ ਦੇ ਜ਼ਰੀਏ ਉਹਦੇ ਤੱਕ ਸੁਨੇਹਾ ਪਹੁੰਚਦਾ ਕਰ ਦਿੰਦਾ ਵੀ ਇਹ ਚੀਜ਼ ਬੜੀ ਮਾੜੀ ਹੈ। ਤੇ ਤੁਸੀਂ ਟੈਕਨੀਕਲ ਦੱਸੋ ਵੀ ਜਦੋਂ ਇੱਕ ਗਰਭ ਨਿਰੋਧਕ ਗੋਲੀ ਇੱਕ ਸਾਡੀ ਧੀ ਭੈਣ ਦੇ ਅੰਦਰ ਜਾਂਦੀ ਹੈ, ਅੰਦਰ ਜਾ ਕੇ ਕੀ ਕਰਦੀ ਹੈ? ਦੇਖੋ ਸਰ, ਇਹੀ ਨਹੀਂ ਕੱਲੀ ਗਰਭ ਨਿਰੋਧਕ ਗੋਲੀਆਂ ਤਾਂ ਇਹ ਹੋ ਜਾਂਦੀਆਂ ਨਾ ਵੀ ਲਗਾਤਾਰ ਉਹ ਮਤਲਬ 21 ਗੋਲੀਆਂ ਹੈਗੀਆਂ, ਉੱਤੇ ਦਿਨ ਵੀ ਲਿਖੇ ਹੁੰਦੇ ਆ, ਤਰੀਕਾਂ ਦੇ ਹਿਸਾਬ ਨਾਲ ਉਹ ਗੋਲੀਆਂ ਖਾਣੀਆਂ ਹੁੰਦੀਆਂ। ਪਹਿਲੀ ਗੱਲ ਤਾਂ ਆਪਾਂ ਕੋਈ ਵੀ ਗੋਲੀ ਜਿਹੜੀ ਖਾਂਦੇ ਆ ਕੰਟੀਨਿਊ, ਉਹਦਾ ਕੋਈ ਨਾ ਕੋਈ ਸਾਈਡ ਇਫੈਕਟ ਹੈ। ਜਿਹੜੀ ਇਹ ਗੋਲੀ ਗਰਭ ਨਿਰੋਧਕ ਗੋਲੀ ਆਪਾਂ ਖਾਣੀ ਹੈਗੀ ਆ, ਇਹਨੇ ਮੰਨ ਲਓ ਜਦੋਂ ਸੰਭੋਗ ਦੀ ਕਿਰਿਆ ਹੁੰਦੀ ਹੈਗੀ ਆ, ਉਹ ਜੋ ਕੁਦਰਤੀ ਇੱਕ ਪ੍ਰੋਸੈਸ ਹੈ, ਉਸ ਪ੍ਰੋਸੈਸ ਦੇ ਵਿੱਚ ਰੁਕਾਵਟ ਪੈਦਾ ਕਰਨੀ ਇਸ ਗਰਭ ਨਿਰੋਧਕ ਗੋਲੀ ਨੇ। ਔਰ ਜਿਹੜਾ ਇੱਕ ਫਲੋ ਹੈਗਾ ਆ, ਆਪਾਂ ਜਦੋਂ ਉਹ ਚੀਜ਼ ਸੰਪੂਰਨ ਹੀ ਨਹੀਂ ਹੋਣ ਦੇਣੀ, ਅਸੀਂ ਐਗਜ਼ ਨੂੰ ਰੋਕ ਰਹੇ ਹਾਂ, ਅਸੀਂ ਵੀਰਜ ਨੂੰ ਰੋਕ ਰਹੇ ਹਾਂ, ਤੇ ਅੱਜ ਅਸੀਂ ਖੁਦ ਰੋਕ ਰਹੇ ਹਾਂ, ਕੱਲ ਨੂੰ ਕੁਦਰਤ ਨੇ ਰੋਕ ਦੇਣਾ। ਠੀਕ ਹੈ ਜੀ। ਫਿਰ ਇਹਦੇ ਨਾਲ ਨਾਲ ਕੁਝ ਹੋਰ ਹੈਗੀਆਂ, ਜਿੱਦਾਂ ਅਨਵਾਂਟਡ 72 ਇਦਾਂ ਦੀਆਂ ਗੋਲੀਆਂ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਹੈਗੀਆਂ ਵੀ ਤੁਸੀਂ ਆਪਣੇ ਸਾਥੀ ਦੇ ਕੋਲ ਗਏ ਹੈਗੇ ਆ, ਮੁੜ ਕੇ ਉਹ 72 ਘੰਟੇ ਦੇ ਅੰਦਰ ਅੰਦਰ ਤੁਸੀਂ ਉਹ ਗੋਲੀ ਖਾ ਲਓ। ਇਹ ਕੌਣ ਸਮਝਾਊਗਾ? ਮੈਂ ਤੁਹਾਡੇ ਨਾਲ ਇਹ ਗੱਲ ਕਰਦਾ ਕਿ ਇਹ ਚੀਜ਼ ਲੋਕਾਂ ਨੂੰ ਕੌਣ ਸਮਝਾਵੇ ਕਿ ਕਾਸਿਫ ਭਾਜੀ ਦੇਖੋ, ਅਸੀਂ ਦੱਸ ਸਕਦੇ, ਸਮਝਾ ਤੁਸੀਂ ਸਕਦੇ ਆ। ਸੋਸ਼ਲ ਮੀਡੀਆ ਜੋ ਅੱਜ ਲੋਕਾਂ ਨੂੰ ਬਹੁਤ ਨੇੜੇ ਕਰਕੇ ਦੇਖਦਾ, ਹੁਣ ਦੇਖੋ ਜਿੰਨੇ ਦੋਸਤ ਤੁਹਾਡੀ ਵੀਡੀਓ ਦੇਖਦੇ ਹੋਣਗੇ, ਉਹ ਜੇ ਸ਼ੇਅਰ ਕਰਦੇ ਆ ਤਾਂ ਸਮਝਾ ਰਹੇ ਆ ਦੂਜੇ ਨੂੰ, ਕਿ ਉਹ ਸ਼ੇਅਰ ਕਰ ਰਹੇ ਆ, ਆਪਣਾ ਫਰਜ਼ ਅਦਾ ਕਰ ਰਹੇ ਨਾ ਕੁਦਰਤ ਦੇ ਵਿੱਚ। ਜਿਹੜੇ ਬੰਦੇ ਹੁਣ ਸਾਡੀ ਏਜ ਆ, ਮੰਨ ਲਓ ਸਾਡੀ ਏਜ ਦੇ ਵਿੱਚ ਕਿਤੇ ਨਾ ਕਿਤੇ ਉਹ ਅਸੀਂ ਬੱਚੇ ਲੈ ਚੁੱਕੇ ਆ, ਮੇਰੇ ਕੋਲ 3 ਬੱਚੇ ਆ, ਠੀਕ ਹੈ ਨਾ, ਕਿਉਂਕਿ ਅਸੀਂ ਤਾਂ ਉਸ ਫਲੋ 'ਚ ਚੱਲ ਗਏ ਆ। ਹੁਣ ਮੋਰਲੇ ਬੰਦੇ ਉਸੇ ਚੀਜ਼ 'ਚ ਫਸੇ ਆ। ਜਿੱਦਾਂ ਤੁਹਾਡਾ ਸਵਾਲ ਹੈ ਕਿ ਇਹਨੂੰ ਕੌਣ ਸਮਝਾਊਗਾ, ਕੌਣ ਤੋਂ ਇਹ ਕੱਲਾ ਮੈਂ ਨਹੀਂ ਸਮਝਾਦਾ, ਕੱਲਾ ਤੁਸੀਂ ਨਹੀਂ ਸਮਝਾ ਸਕਦੇ। ਜਿੱਦਾਂ ਤੁਸੀਂ ਸਵਾਲ ਚੱਕਿਆ, ਅੱਜ ਦਾ ਮੁੱਦਾ ਚੱਕਿਆ, ਮੈਨੂੰ ਲੱਗਦਾ ਕਿ ਹਰ ਇੱਕ ਪੱਤਰਕਾਰ ਨੂੰ ਇਹ ਮੁੱਦਾ ਚੱਕ ਲੈਣਾ ਚਾਹੀਦਾ। ਜੋ ਕੁਦਰਤ ਤੋਂ ਹਟ ਕੇ ਹੋਈ ਜਾ ਰਹੇ, ਮੈਨੂੰ ਲੱਗਦਾ ਇਹ ਜੇ ਸਾਰੇ ਇਹ ਮੁੱਦਾ ਚੱਕ ਲੈਣਗੇ ਤਾਂ 100% ਆ ਜਿਹੜੇ ਦਰਸ਼ਕ ਤੁਹਾਡੇ ਦੇਖ ਰਹੇ ਆ, ਜੋ ਸ਼ੇਅਰ ਵੀ ਕਰਦੇ ਆ, ਤਾਂ ਵੀ ਸਮਝਾਉਣ ਹਿੱਸਾ ਬਣ ਰਹੇ ਹੋ ਇਸ ਚੀਜ਼ ਦਾ। ਬਾਕੀ ਦੂਜੇ ਨੰਬਰ ਤੇ ਸਰ ਇਹ ਚੀਜ਼ ਹੈਗੀ ਆ ਵੀ ਕੌਂਡਮ ਯੂਜ਼ ਕਰ ਲਿਆ ਜਾਂ ਗਰਭ ਨਿਰੋਧਕ ਗੋਲੀਆਂ ਖਾ ਲਈਆਂ ਜਾਂ ਇਦਾਂ ਦਾ ਕੁਛ ਵੀ ਨਾ ਕਰ ਲਿਆ ਆਪਾਂ ਹੈਗਾ, ਜਾਂ ਦਿਨਾਂ ਦਾ ਹਿਸਾਬ ਕਿਤਾਬ ਰੱਖ ਕੇ ਜਦੋਂ ਪੀਰੀਅਡਸ ਆਉਂਦੇ ਹੈਗੇ ਆ ਵੀ ਇੰਨੇ ਦਿਨਾਂ ਦੇ ਵਿੱਚ ਪ੍ਰੈਗਨੈਂਸੀ ਹੁੰਦੀ, ਉਹ ਤੋਂ ਬਾਅਦ ਚ ਨਹੀਂ ਹੋਣੀ, ਉਸ ਲਿਹਾਜ਼ ਦੇ ਨਾਲ ਹੀ ਸੰਭੋਗ ਦੀ ਕਿਰਿਆ ਅਗਰ ਜਿਹੜੀ ਹੈਗੀ ਹੁੰਦੀ ਆ ਤੇ ਬੰਦਾ ਉਹ ਪਲੈਨਿੰਗ ਕਰਦਾ ਚੱਲ ਜਾਂਦਾ ਹੈ। ਲੇਕਿਨ ਜਿਹੜੀ ਔਰਤ ਆ ਉਹਨੇ ਤਾਂ ਕਮਜ਼ੋਰ ਹੋਣਾ ਨਾ ਭਾਜੀ। ਸਾਡੇ ਸਾਰੀਆਂ ਦਿੱਕਤਾਂ ਇਹ ਨੇ ਕਿ ਅਸੀਂ ਸਾਰੀ ਗੱਲ ਲਿਆ ਕੇ ਔਰਤ ਦੇ ਉੱਤੇ ਖੜਾ ਦਿੰਦੇ ਆ। ਉਹਦੇ ਮੈਂ ਤੁਹਾਡੀ ਗੱਲ ਸਮਝ ਗਿਆ,
ਲੇਕਿਨ ਫਿਰ ਕਿਤੇ ਨਾ ਕਿਤੇ ਔਰਤਾਂ ਨੂੰ ਤਾਂ ਅਵੇਅਰ ਹੋਣ ਦੀ ਜ਼ਰੂਰਤ ਹੈਗੀ ਹੈ ਕਿ ਜਦੋਂ ਤੁਸੀਂ ਪਲੈਨਿੰਗ ਵਾਲੇ ਪਾਸੇ ਤੁਰਦੇ ਹੋ ਜਾਂ ਪਲੈਨਿੰਗ ਵਾਲੇ ਪਾਸੇ ਜਾਂਦੇ ਹੋ ਤਾਂ ਤੁਸੀਂ ਆਪਣੇ ਸਾਥੀ ਨੂੰ ਮੋਟੀਵੇਟ ਕਰੋ ਕਿ ਜੋ ਮੈਂ ਬਹੁਤ ਸਾਰੀਆਂ ਔਰਤਾਂ ਨੂੰ ਅਜਿਹੀਆਂ ਨੂੰ ਜਾਣਦਾ ਡਾਕਟਰ ਸਾਹਿਬ ਕਿ ਜਿਨ੍ਹਾਂ ਨੇ ਹੁਣ ਤੱਕ ਵਿਰੋਧ ਕੀਤਾ ਕਿ ਹਾਂ ਜੋ ਕੁਦਰਤੀ ਫਲੋ ਚ ਆਇਆ ਹੈ ਤੇ ਉਹਨੂੰ ਆਉਣ ਦਿਓ ਨਾ, ਜ਼ਿੰਦਗੀ ਸਾਡੇ ਹੱਥ ਹੈ। ਸਾਡੀਆਂ ਮਾਵਾਂ ਹਾਂ, ਸਾਡੀਆਂ ਦਾਦੀਆਂ ਜੇ ਸਾਡੀ ਵਾਈਫ ਨੇ ਮਤਲਬ ਲੱਗਦਾ ਕਿ ਪ੍ਰੈਗਨੈਂਸੀ ਹੋ ਗਈ ਆ, ਉਹਨਾਂ ਨੂੰ ਪਤਾ ਆ ਪ੍ਰੈਗਨੈਂਸੀ ਹੋਈ ਆ, ਉਹ ਨਾਲੇ ਛਿੱਤਰ ਚੱਕ ਲੈਂਦੀਆਂ ਕਿ ਕਿਤੇ ਦੇਖੀ ਕੁਝ ਖਾ ਨਾ ਲਈ, ਕੁਝ ਇਹ ਨਾ ਕਰ, ਕਿਉਂਕਿ ਉਹ ਕੁਦਰਤ ਨੂੰ ਛੇੜਨੀ। ਬਹੁਤ ਵੱਡਾ ਤੁਸੀਂ ਸਵਾਲ ਇੱਥੇ ਇਹ ਕੀਤਾ ਹੈ ਕਿ ਗਾਈਡੈਂਸ ਦੀ ਜ਼ਰੂਰਤ ਹੈ। ਸਾਡੀਆਂ ਦਾਦੀਆਂ ਖਾਸ ਖਿਆਲ ਰੱਖਣ ਲੱਗ ਜਾਂਦੀਆਂ ਸੀ, ਕਹਿੰਦੇ ਸੀ ਵੀ ਭਾਈ ਕੁੜੀਏ ਹੁਣ ਤੂੰ ਆਰਾਮ ਨਾਲ ਬੈਠ ਤੇ ਪੁੱਠਾ ਸਿੱਧਾ ਨਹੀਂ ਖਾਣਾ ਕੁਝ ਜੀ। ਤੇ ਇੱਥੇ ਪਤਾ ਸੀ ਕੱਲੀ ਚੀਜ਼ ਬਾਰੇ ਪਤਾ ਸੀਗਾ। ਅੱਜ ਦੀਆਂ ਜਿਹੜੀਆਂ ਕੁੜੀਆਂ ਆ ਉਹ ਮੈਨੂੰ ਲੱਗਦਾ ਦੱਸਣੇ ਵੀ ਨਹੀਂ ਚਾਹੀਦੀਆਂ, ਔਰ ਖਾਸ ਕਰਕੇ ਜਿਹੜੀਆਂ ਜੰਗ ਕੁੜੀਆਂ ਨਾ ਉਹਨਾਂ ਨੂੰ ਪ੍ਰੋਬਲਮ ਆ। ਅੱਜ ਤਾਂ ਇਹ ਆਪਣੀ ਚੰਗੇ ਚੀਜ਼ ਨੂੰ ਰੋਕ ਰਹੀਆਂ ਨਾ ਕਰਦੀਆਂ, ਆਉਣ ਵਾਲੇ ਟਾਈਮ 'ਚ ਉਸੇ ਚੀਜ਼ ਲਈ ਫਿਰ ਮਿਹਨਤਾਂ ਨਿਕਲਦੀਆਂ, ਫਿਰ ਪਤਾ ਨਹੀਂ ਕਿਹੜੇ ਡਾਕਟਰਾਂ ਕੋਲ ਬੈਠੀਆਂ ਹੁੰਦੇ ਆ, ਮੈਂ ਆਹ ਕਰਾ ਲਵਾਂ, ਮੈਂ ਉਹ ਕਰਾ ਲਵਾਂ, ਜੇ ਕਰਾ ਲਵਾਂ। ਵੀ ਕਿਉਂ ਕੁਦਰਤ ਨਾਲ ਖਿਲਵਾੜ ਹੈ, ਕਿਉਂ ਲੈ ਕਰਨਾ ਆਪਾਂ ਕੁਦਰਤ ਨਾਲ। ਸ਼ਾਮ ਜੀ ਨੂੰ ਵੀ ਅਸੀਂ ਆਪਣੀ ਡਿਸਕਸ਼ਨ ਦਾ ਹਿੱਸਾ ਬਣਾਉਣਾ। ਬਹੁਤ ਬਹੁਤ ਸਵਾਗਤ ਹੈ ਸ਼ਾਮ ਜੀ, ਪਹਿਲੀ ਵਾਰ ਤੁਸੀਂ ਸਾਡੇ ਚੈਨਲ ਦੇ ਉੱਤੇ ਲਾਈਵ ਆ ਰਹੇ ਹੋ। ਗੱਲਬਾਤ ਜਿਵੇਂ ਪਤਾ ਹੀ ਆ ਕਿ ਆਪਾਂ ਆਪਸ ਦੇ ਵਿੱਚ ਬੈਠੇ ਸੀ, ਗੱਲਬਾਤ ਚੱਲ ਰਹੀ ਸੀ, ਤੇ ਸਾਨੂੰ ਇਹ ਦੱਸੋ ਕਿ ਜਿਸ ਇਸ਼ੂ ਦੇ ਉੱਤੇ, ਜਿਸ ਮਸਲੇ ਦੇ ਉੱਤੇ ਗੱਲਬਾਤ ਚੱਲ ਰਹੀ ਹੈ, ਜਦੋਂ ਵਿਆਹ ਹੋ ਜਾਂਦਾ ਹੈ, ਵਿਆਹ ਤੋਂ ਫੌਰਨ ਬਾਅਦ ਜਿਹੜੀ ਕੁਦਰਤੀ ਪ੍ਰਕਿਰਿਆ ਹੈਗੀ ਹੈ, ਚਾਹੇ ਉਹ ਬੱਚਾ ਹੋਣ ਦੀ ਹੈ ਚਾਹੇ ਨਾ ਹੋਣ ਦੀ ਹੈ, ਜਦੋਂ ਅਸੀਂ ਉਹਦੇ ਵਿੱਚ ਅੜਿੱਕਾ ਬਣਦੇ ਹਾਂ ਤੇ ਫਿਰ ਕੁਦਰਤ ਕਿਹੋ ਜਿਹੇ ਰੰਗ ਦਿਖਾਉਂਦੀ ਹੈ? ਤੁਹਾਡਾ ਤਜਰਬਾ ਕੀ ਕਹਿੰਦਾ ਹੈ? ਕਸਮ ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਸਭ ਤੋਂ ਜਿਹੜਾ ਲਾਈਫ ਦੇ ਵਿੱਚ ਆਪਾਂ ਇਹ ਗੱਲ ਕਰਦੇ, ਜਦ ਵਿਆਹ ਤੋਂ ਬਾਅਦ ਕਿਸੇ ਵੀ ਪ੍ਰੋਸੈਸ ਨੂੰ ਅਸੀਂ ਅੱਗੇ ਤੋਰਨਾ ਹੁੰਦਾ ਨਾ, ਜਿਹੜੀ ਸਾਡੀ ਕੜੀ ਆ, ਜੇ ਤਾਂ ਅਸੀਂ ਉਹਨੂੰ ਐਜ਼ ਇਟ ਉਹਨੂੰ ਕੰਟੀਨਿਊ ਕਰਦੇ ਫੋਲੋ, ਇਹ ਤਾਂ ਠੀਕ ਹੈ, ਨਹੀਂ ਤਾਂ ਫਿਰ ਜਾਂ ਜਦੇ ਜਾਂ ਕਦੇ ਵਾਲੀ ਗੱਲ ਹੋ ਜਾਂਦੀ ਹੈ। ਕਿਉਂਕਿ ਜਿਹੜਾ ਕੰਟਰਾਸੈਪਟਿਵ ਹੈਗਾ ਨਾ, ਉਹਦੇ ਵਿੱਚ ਜ਼ਿਆਦਾ ਕਿ ਮੈਂ ਤਾਂ ਇਹ ਸੋਚਿਆ ਵੀ ਦੇਖਦਾ ਵੀ ਹਾਂ ਕਿ ਜਿਹੜਾ ਅੱਜ ਦੀ ਲਾਈਫ ਦੇ ਵਿੱਚ ਜਿਹੜੇ ਕੁੜੀਆਂ ਦੇ ਵਿੱਚ ਇਹ ਬਹੁਤ ਵੱਡੀ ਗੱਲ ਆ ਕਿ ਉਹ ਸੋਚਦੀਆਂ ਕਿ ਨਾ ਅਸੀਂ ਆਪਣੇ ਆਪ ਨੂੰ ਸਮਾਰਟ ਰੱਖਣ ਦੀ ਖਾਤਰ, ਆਪਣੇ ਆਪ ਨੂੰ ਵਧੀਆ ਰੱਖਣ ਦੀ ਖਾਤਰ, ਵੱਡਾ ਸਵਾਲ ਅਸੀਂ ਇਹ ਚੀਜ਼ ਨਾ ਨਹੀਂ ਲੈਣਾ। ਉਹ ਕੁੜੀਆਂ ਜਿਨ੍ਹਾਂ ਨੇ ਵਿਆਹ ਹੋ ਗਿਆ, ਜਿਹੜੀ ਕਹਿੰਦੇ ਨੇ ਜੀ ਸਾਡੀ ਫਿਗਰ ਖਰਾਬ ਹੋ ਜਾਏਗੀ, ਸਾਡੀ ਫਿਗਰ ਖਰਾਬ ਹੋ ਜਾਏਗੀ। ਮੈਂ ਡਾਕਟਰ ਸਾਹਿਬ, ਮੈਂ ਅਜਿਹੀਆਂ ਕੁੜੀਆਂ ਨੂੰ ਵੀ ਜਾਣਦਾ ਕਿ ਜਿਨ੍ਹਾਂ ਨੇ ਪਹਿਲਾਂ ਵਿਆਹ ਦੇ ਚੱਕਰ ਦੇ ਵਿੱਚ, ਬੱਚੇ ਦੇ ਚੱਕਰ 'ਚ ਕਿਹਾ, ਫਿਗਰ ਦੇ ਚੱਕਰ ਦੇ ਵਿੱਚ ਕਿ ਅਸੀਂ ਅਜੇ ਬੱਚਾ ਨਹੀਂ ਜੰਮਣਾ, ਹਜੇ ਤਾਂ ਸਾਡਾ ਇੰਜੋਏ ਕਰਨ ਦਾ ਟਾਈਮ ਹੈ। ਤੇ ਅੱਜ ਮੈਂ ਉਹਨਾਂ ਕੁੜੀਆਂ ਨੂੰ ਜਾਣਦਾ ਕਿ ਜਿਨ੍ਹਾਂ ਦੇ ਹਸਬੈਂਡ ਨੇ ਵਿਰੋਧ ਕੀਤਾ, ਉਹ ਕਹਿੰਦੇ ਸੀ ਕਿ ਮੈਨੂੰ ਬੱਚਾ ਚਾਹੀਦਾ ਹੈ। ਜਿਹੜੀ ਔਰਤ ਹੈ ਉਹ ਕਹਿੰਦੀ ਸੀ ਕਿ ਮੇਰਾ ਫਿਗਰ ਖਰਾਬ ਹੋ ਜਾਏਗਾ, ਤੇ ਉਹਨਾਂ ਦਾ ਤਲਾਕ ਹੋ ਗਿਆ, ਘਰਾਂ 'ਚ ਬੈਠੀਆਂ ਨੇ। ਇਦਾਂ ਦੇ ਬਹੁਤ ਸਾਰੇ ਕੇਸ ਹੈਗੇ ਸਰ, ਜਦੋਂ ਵਿਆਹ ਤੋਂ ਬਾਅਦ ਇਸੇ ਗੱਲ ਨੂੰ ਲੈ ਕੇ ਵੀ ਕਨਫਿਊਜ਼ਨ ਹੁੰਦੀ ਆ ਕਿ ਜਦੋਂ ਆਪਾਂ ਬੱਚਾ ਰਹਿਣ ਦੀ ਗੱਲ ਕਰਦੇ ਹਾਂ ਤੇ ਹਸਬੈਂਡ ਵਾਈਫ 'ਚ ਬਹੁਤ ਵੱਡੀ ਇੱਕ ਪ੍ਰੋਬਲਮ ਆਉਂਦੀ ਆ। ਹਸਬੈਂਡ ਕਹਿੰਦਾ ਹੁੰਦਾ ਕਿ ਮੈਨੂੰ ਬੱਚਾ ਚਾਹੀਦਾ, ਤੇ ਲੜਕੀ ਦੀ ਇਹ ਸੋਚਦੀ ਮੈਂ 2-3 ਸਾਲੇ ਕੁਝ ਨਹੀਂ ਕਰਨਾ, ਤੇ ਜਿਹੜੇ ਉਹਦੇ ਪੇਰੈਂਟਸ ਹੁੰਦੇ ਆ ਨਾ ਲੜਕੇ ਵੱਲੋਂ, ਚਲੋ ਇਹ ਤਾਂ ਗੱਲ ਠੀਕ ਹੈ, ਲੇਕਿਨ ਇਹ ਚੀਜ਼ ਆਈ ਕਿੱਥੋਂ ਡਾਕਟਰ ਸਾਹਿਬ? ਜਿਹੜੀ ਕਿੱਥੋਂ ਹੋਈ? ਕਿਉਂਕਿ ਪਹਿਲਾਂ ਤਾਂ ਸਾਡੇ ਵਿਆਹ ਹੁੰਦੇ ਸੀ, ਵਿਆਹ ਦੇ ਦੂਸਰੇ ਤੀਸਰੇ ਦਿਨ ਗੁਫ਼ਤਗੂ ਸ਼ੁਰੂ ਹੋ ਜਾਂਦੀ ਸੀ, ਬੱਚਿਆਂ ਦੇ ਨਾਮ ਅਸੀਂ ਸੋਚਣੇ ਸ਼ੁਰੂ ਕਰ ਦਿੰਦੇ, ਹਰੇਕ ਹੀ ਇਸ ਤਰ੍ਹਾਂ ਹੀ ਕਰਦਾ। ਤੇ ਫਿਰ ਇਹ ਜਿਹੜੀ ਪ੍ਰਵਿਰਤੀ ਹੈਗੀ ਹੈ, ਇਹ ਚੀਜ਼ ਕਿੱਥੋਂ ਆਈ? ਸਾਡੇ ਸਿਸਟਮ, ਸਾਡੇ ਸਮਾਜ ਦਾ ਤਾਂ ਹਿੱਸਾ ਹੈ। ਜਿਹੜਾ ਸਾਡਾ ਇੰਡੀਆ ਦਾ ਕਲਚਰ ਹੈਗਾ ਜਾਂ ਸਾਡੇ ਪੰਜਾਬ ਦਾ ਸਮਾਜ ਦੇ ਵਿੱਚ ਕਲਚਰ ਜਿਹੜਾ ਹੈਗਾ ਨਾ, ਉਹ ਇੱਥੇ ਨਹੀਂ ਹੈਗਾ। ਇਹ ਪੱਛਮੀ ਸੱਭਿਅਤਾ ਜਿਹੜੀ ਹੈਗੀ ਆ, ਉਹਨੂੰ ਦੇਖ ਕੇ ਅਸੀਂ ਬਹੁਤ ਅਵੇਅਰ ਹੋ ਗਏ ਵੀ ਅਸੀਂ ਜਿੱਦਾਂ ਉਹ ਬਾਹਰ ਕਰਦੇ ਆ 20 ਸਾਲ 25 ਸਾਲ ਬੱਚਾ ਨਹੀਂ ਲੈ ਰਹੇ। ਜੀ। ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਬੱਚਾ ਜੋ ਮਰਜ਼ੀ ਹੈ, ਜੋ ਖਾਣਾ ਉਹ ਆਪਾਂ ਹੈਂਡ ਟੂ ਮਾਊਥ ਵਾਲੀ ਗੱਲ ਹੁੰਦੀ ਹੈ, ਜੋ ਖਾ ਲਿਆ ਕਮਾ ਲਿਆ ਤੇ ਕਰ। ਜੇ ਪੱਛਮੀ ਦੇਸ਼ਾਂ ਦੀ ਗੱਲ ਕਰੀਏ ਨਾ, ਉੱਥੇ ਜਿੰਨੀ ਜਲਦੀ ਵਿਆਹ ਹੁੰਦਾ ਉਹ ਤੋਂ ਵੀ ਜਲਦੀ ਤਲਾਕ ਹੋ ਜਾਂਦਾ। ਔਰ ਸਭ ਤੋਂ ਵੱਡੀ ਗੱਲ ਉੱਥੇ ਇੱਕ ਹੋਰ ਬਹੁਤ ਵੱਡੀ ਚੀਜ਼ ਦੇਖਣ ਨੂੰ ਮਿਲਦੀ ਆ ਕਿ ਬੜੇ ਆਰਾਮ ਜੇ ਨਾਲ ਕਹਿ ਦਿੰਦੇ ਓਕੇ ਤੁਸੀਂ ਸੈਪਰੇਟ ਰਹਿ ਲਓ, ਮੈਂ ਸੈਪਰੇਟ ਆ, ਮੈਂ ਹੁਣ ਉਹ 'ਚ ਖੁਸ਼ ਆ, ਮੈਂ ਹੁਣ ਖੁਸ਼, ਜਦ ਕਿ ਸਾਡੇ ਸਮਾਜ 'ਚ ਇਹ ਚੀਜ਼ ਨਹੀਂ ਸੀ ਆਉਂਦੀ ਹੈ ਨਾ। ਤੇ ਇਹ ਦੇਖਣ ਵਾਲੀਆਂ ਗੱਲਾਂ। ਬੇਸਿਕਲੀ ਡਾਕਟਰ ਸਾਹਿਬ ਦੱਸਾਂ ਜੀ ਕੀ ਹੈ, ਅਸੀਂ ਜਿਹੜੇ ਪੱਛਮੀ ਸੱਭਿਅਤਾ ਹੈਗੀਆਂ ਉਹਦੀਆਂ ਚੰਗੀਆਂ ਚੀਜ਼ਾਂ ਨਹੀਂ ਅਸੀਂ ਅਡਾਪਟ ਕਰਦੇ। ਸਾਡੀ ਦਿੱਕਤ ਇਹ ਹੈ ਕਿ ਤੁਸੀਂ ਕਿਸੇ ਅੰਗਰੇਜ਼ ਨੂੰ ਜਾਂ ਕਿਸੇ ਗੋਰੇ ਨੂੰ ਜਾਂ ਕਿਸੇ ਵਿਦੇਸ਼ੀ ਨੂੰ ਜਿੰਨੀਆਂ ਮਰਜ਼ੀ ਤੁਸੀਂ ਮੰਦੀ ਚੰਗੀ ਸ਼ਬਦਾਵਲੀ ਬੋਲ ਲਓ, ਜੇਕਰ ਤੁਸੀਂ ਇਹ ਕਹਿਤਾ ਕਿ ਤੂੰ ਝੂਠ ਬੋਲਦਾ, ਭਾਜੀ ਤੁਹਾਡੇ ਗੱਲ ਪੈ ਜਾਣਾ ਉਹਨੇ। ਦੇਖੋ, ਉਦਾਂ ਜੋ ਮਰਜ਼ੀ ਕਰੀ ਜਾਈਏ, ਅਸੀਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਕਹੀ ਜਾਈਏ ਅਸੀਂ ਬਹੁਤ ਐਡਵਾਂਸ ਹੋ ਗਏ ਹਾਂ, ਲੇਕਿਨ ਅਸੀਂ ਐਡਵਾਂਸ ਕੋਈ ਨਹੀਂ ਹੋਏ ਹੈਗੇ। ਜਿੱਦਾਂ ਤੁਸੀਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਮੁੜ ਕੇ ਗੱਲ ਜਿਹੜੀ ਹੈਗੀ ਆ ਵੀ ਔਰਤ ਤੇ ਅੜਕਦੀ ਆ, ਕਿਉਂਕਿ ਇੱਥੇ ਤਾਂ ਜਿਹੜਾ ਸਾਡਾ ਹੈਗਾ ਨਾ ਮਰਦ ਪ੍ਰਧਾਨ ਸਮਾਜ ਦੀ ਜਿਹੜੀ ਗੱਲ ਹੈ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਬੰਦਾ ਕੁਝ ਨਹੀਂ ਯੂਜ਼ ਕਰਨਾ ਚਾਹੁੰਦਾ, ਔਰਤ ਨੂੰ ਧੱਕੇ ਦੇ ਨਾਲ ਗੋਲੀਆਂ ਖਿਲਾਈਆਂ ਜਾਂਦੀਆਂ।
ਜੇ ਆਪਾਂ ਗਰਭ ਨਿਰੋਧਕ ਗੋਲੀ ਦੀ ਵੀ ਗੱਲ ਕੀਤੀ ਹੈ ਨਾ, ਉਹ ਵੀ ਸਿਆਪਾ ਔਰਤ ਦੇ ਗਲ ਪੈਂਦਾ। ਔਰਤ ਦੇ ਗੱਲ ਪੈਂਦਾ, ਸਿਹਤ ਉਹਦੀ ਖਰਾਬ ਹੁੰਦੀ ਹੈ, ਸਿਹਤ ਔਰਤ ਦੀ ਖਰਾਬ ਹੁੰਦੀ ਆ। ਕਈ ਵਿਰੋਧ ਵਾਰੀ ਕਰਨਾ ਚਾਹੀਦਾ ਇਸ ਕਈ ਚੀਜ਼ ਵਾਰੀ ਜਿਹੜੀਆਂ ਉਹ ਕਿੱਟਾਂ ਆਉਂਦੀਆਂ ਹੈਗੀਆਂ ਆ, ਜਦੋਂ ਕਈ ਵਾਰੀ ਪ੍ਰੈਗਨੈਂਸੀ ਹੋ ਜਾਂਦੀ ਹੈ ਨਾ, ਉਹ ਕਹਿੰਦੇ ਜੀ ਸਾਨੂੰ ਤਾਂ ਜ਼ਰੂਰਤ ਨਹੀਂ ਹੈ ਬੱਚੇ ਦੀ, ਸਾਨੂੰ ਜ਼ਰੂਰਤ ਨਹੀਂ ਹੈ, ਉਹ ਫਿਰ ਗੋਲੀ ਲਿਆ ਕੇ ਖਿਲਾਉਂਦੇ ਆਪਾਂ ਹਨਾ। ਉਹ ਵੀ ਔਰਤ ਨੂੰ ਹੀ ਖਾਣੀ ਪੈਂਦੀ ਆ, ਔਰ ਉਹਦੇ ਨਾਲ ਔਰਤ ਦੀ ਸਿਹਤ ਖਰਾਬ ਹੁੰਦੀ ਆ। ਉਹ 1-2 ਵਾਰੀ ਗੋਲੀ ਤੁਸੀਂ ਖਿਲਾ ਲਓ, ਮੁੜ ਕੇ ਤੀਜੀ ਵਾਰੀ ਕੁਦਰਤ ਕਹਿੰਦੀ ਹੈ ਵੀ ਤੈਨੂੰ ਹੁਣ ਗੋਲੀ ਦੀ ਵੀ ਜ਼ਰੂਰਤ ਨਹੀਂ ਹੈ, ਵੀ ਤੇਰੀ ਉੱਥੇ ਤੱਕ ਮੈਂ ਨੌਬਤ ਹੀ ਨਹੀਂ ਜਾਣ ਦੇਣੀ, ਕਿਉਂਕਿ ਅਸੀਂ ਖਿਲਵਾੜ ਕਰ ਰਹੇ ਹਾਂ ਨਾ ਕੁਦਰਤ ਦੇ ਨਾਲ। ਜਦੋਂ ਖਿਲਵਾੜ ਕਰਦੇ ਹਾਂ ਅਸੀਂ ਡਾਕਟਰ ਸੂਰਜ ਬਾਲੀ ਨੂੰ ਵੀ ਅਸੀਂ ਆਪਣੀ ਡਿਸਕਸ਼ਨ ਦਾ ਹਿੱਸਾ ਬਣਾਉਣੇ ਆ। ਸਾਰੇ ਡਾਕਟਰਾਂ ਦੀ ਟੀਮ ਇੱਥੇ ਬੈਠੀ ਨੇ, ਪਰਮਜੀਤ ਜੀ ਵੀ ਬੈਠੇ ਨੇ ਇੱਥੇ, ਸਾਰਿਆਂ ਨਾਲ ਅਸੀਂ ਬੈਠੇ ਇਹ ਮੁੱਦਾ ਚੱਲ ਰਿਹਾ ਸੀ ਕਿ ਅੱਜ ਕੱਲ ਜਿਹੜੇ ਪਲੈਨਿੰਗ ਦੇ ਉਹ ਫਾਇਦੇ, ਐਡਵਾਂਟੇਜ ਔਰ ਡਿਸਐਡਵਾਂਟੇजेस ਕੀ ਨੇ। ਡਾਕਟਰ ਸਾਹਿਬ ਬਹੁਤ ਸਵਾਗਤ ਹੈ ਸਾਡੀ ਡਿਸਕਸ਼ਨ ਦਾ। ਅਸੀਂ ਹੈਲਥ ਲਈ ਇੱਕ ਡਿਸਕਸ਼ਨ ਕਰ ਰਹੇ ਹਾਂ ਤਾਂ ਕਿ ਜਿਹੜੇ ਉਹ ਨੌਜਵਾਨ ਦੱਸ ਦਿੰਦੇ, ਅਸੀਂ ਕਿਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਕਿ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਸੋਚਣ ਲੱਗ ਜਾਂਦੇ ਨੇ ਕਿ ਹਜੇ ਤਾਂ ਸਾਡਾ ਇੰਜੋਏ ਕਰਨ ਦਾ ਟਾਈਮ ਹੈ, ਅਸੀਂ ਅਜੇ ਬੱਚਾ ਨਹੀਂ ਪਲਾਨ ਕਰਦੇ। ਤੁਹਾਡੇ ਤਜਰਬੇ ਦੇ ਵਿੱਚ ਤੁਸੀਂ ਇੱਥੇ ਹਜ਼ਾਰਾਂ ਮਰੀਜ਼ ਦੇਖਦੇ ਹੋ, ਆਪਣੀ ਨਜ਼ਰ ਦੇ ਵਿੱਚੋਂ ਲੰਘਾ ਚੁੱਕੇ ਹੋ, ਤੇ ਕਿੱਥੇ ਕੀ ਨੁਕਸਾਨ ਇਹਦਾ ਲੱਗਦਾ ਹੈ ਕਿ ਜਦੋਂ ਇਦਾਂ ਦੀ ਚੀਜ਼ ਆਉਂਦੀ ਹੈ? ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਇਹ ਗੱਲ ਆ, ਦੇਖੋ ਇਹ ਇੱਕ ਨੈਚੁਰਲ ਪ੍ਰੋਸੈਸ ਆ ਹਨਾ। ਹੁਣ ਜਦੋਂ ਸਮਝ ਲਓ ਮੈਰਿਜ ਹੋ ਗਈ ਤੇ ਜੋ ਅੱਜ ਦੇ ਟਾਈਮ ਦੇ ਵਿੱਚ ਚੱਲ ਰਿਹਾ ਵੀ ਹਰੇਕ ਹਸਬੈਂਡ ਵਾਈਫ ਇਹ ਕਹਿੰਦੇ ਆ ਵੀ ਹਜੇ ਅਸੀਂ 2-3 ਸਾਲ ਕੁਛ ਨਹੀਂ ਸੋਚਣਾ ਇਦਾਂ ਦਾ, ਜਾਂ ਬੇਬੀ ਪਲਾਨ ਨਹੀਂ ਕਰਨਾ ਹਨਾ। ਉਹਦੇ ਚ ਕੀ ਆ, ਜੇ ਬਾਈ ਚਾਂਸ ਕਨਸੀਵ ਹੋ ਵੀ ਜਾਂਦਾ ਆ ਫੇਰ ਵੀ ਉਹ ਸੋਚ ਲੈਂਦੇ ਆ ਵੀ ਨਹੀਂ ਅਸੀਂ ਰੱਖਣਾ ਨਹੀਂ ਹਜੇ, ਇੱਥੇ ਤੱਕ ਵੀ ਉਹ ਸੋਚ ਲੈਂਦੇ ਆ ਹਨਾ। ਇੱਕ ਤਾਂ ਹੋ ਗਿਆ ਪਹਿਲਾਂ ਸੋਚ ਲਿਆ ਵੀ ਅਸੀਂ ਹਜੇ ਕਰਨਾ ਨਹੀਂ ਪਲਾਨ ਹਨਾ। ਜੇ ਬਾਈ ਚਾਂਸ ਹੋ ਵੀ ਜਾਂਦਾ ਕਨਸੀਵ ਫੇਰ ਵੀ ਉਹ ਕਹਿੰਦੇ ਵੀ ਅਸੀਂ ਹਜੇ ਸਾਨੂੰ ਲੋੜ ਨਹੀਂ ਹੈ, ਹਜੇ ਅਸੀਂ 2-3 ਸਾਲ ਵੇਟ ਕਰਨੀ ਆ ਹਨਾ। ਫੇਰ ਉਸ ਤੋਂ ਬਾਅਦ ਕੀ ਆ, ਉਹ ਆ ਜਾਂਦੇ ਆ ਕਿੱਟਾਂ ਦੀ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਟੈਬਲੇਟਸ ਆਉਂਦੀਆਂ ਹਨਾ, ਉਹ ਯੂਜ਼ ਕਰਨੀਆਂ ਸ਼ੁਰੂ ਕਰ ਦਿੰਦੇ ਆ। ਦੱਸੋ ਬਾਲੀ ਜੀ। ਮੈਂ ਉਹੀ ਤੁਹਾਨੂੰ ਦੱਸ ਰਿਹਾ, ਉਹ ਯੂਜ਼ ਕਰਨੀ ਸ਼ੁਰੂ ਕਰਤੀ, ਲੇਡੀਜ਼ ਨੂੰ ਖਿਲਾਤੀ ਲਿਆ ਕੇ। ਉਹਦਾ ਸਭ ਤੋਂ ਵੱਡਾ, ਸਭ ਤੋਂ ਪਹਿਲਾਂ ਕੀ ਆ, ਉਹਨੇ ਲੇਡੀਜ਼ ਦੇ ਹਾਰਮੋਨ ਲੈਵਲ ਬਿਲਕੁਲ ਡਿਸਟਰਬ ਕਰ ਦੇਣਾ। ਠੀਕ ਹੈ, ਕੀ ਹੁੰਦੇ ਨੇ ਜੀ ਹਾਰਮੋਨਸ ਬੋਡੀ ਦੇ ਵਿੱਚ ਹੀ ਆਪਣੇ ਹਾਰਮੋਨਸ ਗਲੈਂਡ ਹੁੰਦੇ ਆ ਜਿਹੜੇ ਹਾਰਮੋਨਸ ਬਣਾਉਂਦੇ ਆ ਹਨਾ। ਉਹ ਹਾਰਮੋਨਸ ਦੇ ਨਾਲ ਹੀ ਜਿਹੜਾ ਮੈਂਸਟਰੁਅਲ ਸਾਈਕਲ ਪ੍ਰੋਪਰ ਚੱਲਦਾ, ਉਹਦੇ ਨਾਲ ਹੀ ਐਗਸ ਪ੍ਰੋਪਰ ਬਣਦੇ ਆ ਜਾਂ ਟੁੱਟਦੇ ਆ ਜਾਂ ਫਰਟੀਲਾਈਜੇਸ਼ਨ ਹੁੰਦੀ ਆ ਹਨਾ। ਉਹ ਸਾਰਾ ਹਾਰਮੋਨਸ ਭਾਸ਼ਾ ਚ ਕਿਵੇਂ ਸਮਝਾਉਂਗੇ ਹਾਰਮੋਨਸ ਦਾ? ਸਾਡੇ ਜਿਹੜੇ ਦੇਖ ਰਹੇ ਨੇ, ਜਿਹੜੇ ਦਰਸ਼ਕ ਨੇ, ਉਹਨਾਂ ਨੂੰ ਦੱਸੋ ਕਿ ਹਾਰਮੋਨਸ ਦਾ ਕੰਮ ਕੀ ਹੁੰਦਾ, ਪਹਿਲਾਂ ਸਾਨੂੰ ਦੱਸੋ। ਹਾਰਮੋਨਸ ਦਾ ਇਹੀ ਕੰਮ ਹੁੰਦਾ ਵੀ ਇੱਕ ਤਾਂ ਜਿਹੜਾ ਸਭ ਤੋਂ ਵੱਡਾ, ਜਨਾਨੀ ਨੂੰ ਜਨਾਨੀ ਵਰਗੀ ਰੱਖਣ ਦੇ ਵਿੱਚ ਤੇ ਬੰਦੇ ਨੂੰ ਬੰਦੇ ਵਰਗਾ ਰੱਖਣ ਦੇ ਵਿੱਚ, ਬਿਲਕੁਲ ਆਪਾਂ ਇਹ ਕਹਿ ਲਈਏ ਹੈ ਜੀ ਡਾਕਟਰ ਸਾਹਿਬ, ਇਹੀ ਚੀਜ਼ ਹੁੰਦੀ ਹੈ। ਸਭ ਤੋਂ ਵੱਡਾ ਕੀ ਆ, ਜਿਹੜਾ ਲੇਡੀਜ਼ ਨੂੰ ਮਹੀਨਾ ਆਉਂਦਾ ਹਨਾ, ਪੀਰੀਅਡ ਆਉਂਦੇ ਆ, ਉਹ ਅੱਗੇ ਪਿੱਛੇ ਹੋ ਜਾਣੇ ਆ। ਉਹ ਜਦੋਂ ਆਪਾਂ ਉਹ ਕੰਟਰਾਸੈਪਟਿਵ ਪਿਲਸ ਦੇਣੀਆਂ ਸ਼ੁਰੂ ਕਰਤੀਆਂ, ਇਹ ਤੇ ਘਰ ਘਰ ਦਿੱਕਤ ਹੈ। ਹਾਂ, ਇਹ ਇੱਕ ਤਾਂ ਨੈਚੁਰਲ ਅੱਜ ਕੱਲ ਹੈਗਾ ਆ, ਆਪਣੀ ਡਾਈਟ ਪਲਾਨ, ਲਾਈਫ ਸਟਾਈਲ, ਉਹ ਵੀ ਇਹਦੇ ਚ ਕਾਊਂਟ ਕਰਦਾ। ਬਾਕੀ ਕੁਛ ਅਸੀਂ ਆਪ ਜਿਹੜੇ ਏਦਾਂ ਉਹਨਾਂ ਨੂੰ ਛੇੜਦੇ ਆ, ਕੋਈ ਕੰਟਰਾਸੈਪਟਿਵ ਦੇ ਕੇ ਮਹੀਨਾ ਡਿਸਟਰਬ ਹੋ ਗਿਆ, ਉਸ ਤੋਂ ਬਾਅਦ ਉਹਦੇ ਲਈ ਦਵਾਈਆਂ ਸ਼ੁਰੂ ਕਰ ਦੇਣੀਆਂ ਵੀ ਹੁਣ ਮਹੀਨਾ ਨਹੀਂ ਆਦਾ ਜਾਂ ਦਵਾਈਆਂ ਖਾ ਲਓ ਹਨਾ, ਆਹ ਖਾ ਲਓ ਉਹ ਖਾ ਲਓ ਹਨਾ, ਉਹ ਕਰ ਦੇਣਾ। ਉਹਦੇ ਨਾਲ ਕੀ ਆ, ਫਿਰ ਉਸ ਤੋਂ ਬਾਅਦ ਓਵਰੀਜ਼ ਆ ਜਾਂਦੀਆਂ, ਆਂਡੇਦਾਨੀਆਂ ਜਿਹਨੂੰ ਕਹਿ ਦਿੰਦੇ ਆ, ਉਹਨਾਂ 'ਚ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ, ਬੱਚੇਦਾਨੀ ਜਾਣੀ ਸ਼ੁਰੂ ਹੋ ਜਾਂਦੀ ਆ ਹਨਾ, ਬੱਚੇਦਾਨੀ ਜਾਣੀ ਸ਼ੁਰੂ ਹੋ ਜਾਂਦੀ ਆ। ਈਵਨ ਕਿ ਅੱਜ ਤੁਸੀਂ ਇਹ ਦੇਖੋ ਵੀ ਮੈਕਸਿਮਮ ਲੇਡੀਜ਼ ਦੇ ਵਿੱਚ ਰਸੋਲੀਆਂ ਦੀ ਪ੍ਰੋਬਲਮ ਆ। ਅਸੀਂ ਪੇਸ਼ੈਂਟ ਦੇਖੀ ਦੇ ਆ, ਸਾਡੇ ਕੋਲ ਲੇਡੀਜ਼ ਆਉਂਦੀਆਂ ਜਿਨ੍ਹਾਂ ਨੂੰ ਪੀਸੀਓਡੀ ਦੀ ਵੀ ਬੜੀ ਦਿੱਕਤ ਹੈ। ਪੀਸੀਓਡੀ ਇਹ ਮੇਨ ਇਹੀ ਚੀਜ਼ ਆ। ਰਸੋਲੀਆਂ ਬਾਅਦ ਚ ਬੰਨੀਆਂ ਹੁੰਦੀ ਨੇ ਜੀ, ਰਸੋਲੀਆਂ ਵੀ ਅੱਜਕੱਲ ਬੜੀ ਟਾਈਪ ਦੀਆਂ ਰਸੋਲੀਆਂ ਮਾਸ ਦੀਆਂ, ਹਾਂਜੀ ਮਾਸ ਦੀਆਂ, ਪਾਣੀ ਦੀਆਂ ਹਨਾ, ਇਹ ਕਈ ਤਰ੍ਹਾਂ ਦੀਆਂ ਆ। ਉਹਨਾਂ ਦੇ ਵਿੱਚੋਂ ਫਿਰ ਹੌਲੀ ਹੌਲੀ ਕੈਂਸਰ ਦੀਆਂ ਰਸੋਲੀਆਂ ਵੀ ਬਣ ਜਾਂਦੀਆਂ। ਪੈਦਾ ਹੁੰਦੀਆਂ ਨੇ ਜਦੋਂ ਅਸੀਂ ਕੁਦਰਤ ਦੇ ਫਲੋ ਨੂੰ ਰੋਕਦੇ ਹਾਂ। ਬਿਲਕੁਲ ਬਿਲਕੁਲ, ਉਦੋਂ ਹੁੰਦੀ ਆ ਜਦੋਂ ਜਿਹੜੀ ਨੈਚੁਰਲ ਚੀਜ਼ ਚੱਲ ਰਹੀ ਆ ਉਹਨੂੰ ਆਪਾਂ ਹਟਾ ਕੇ ਆਪਣਾ ਵਿੱਚ ਕਰਦੇ ਆ ਵੀ ਨਹੀਂ ਯਾਰ ਇਹ ਸਾਨੂੰ ਨਹੀਂ ਚਾਹੀਦਾ, ਗੋਲੀਆਂ ਖਾ ਲਓ, ਰੱਬ ਬਣਨ ਦੀ ਕੋਸ਼ਿਸ਼ ਕਰਦੇ ਆ। ਜਦੋਂ ਆਪਾਂ ਇਹ ਸੋਚ ਲੈਂਦੇ ਆ ਵੀ ਹਜੇ ਨਹੀਂ, ਹਜੇ ਵੇਟ ਕਰੋ, ਇਹਨੂੰ ਡਿਸਟਰੋਏ ਕਰ ਦੋ ਹਨਾ, ਹਾਂ ਫਿਰ ਇਹ ਚੀਜ਼ ਆ ਜਾਂਦੀ ਹੈ। ਜੀ 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 ਜੀ, ਬਹੁਤ ਸ਼ੁਕਰੀਆ ਬਾਲੀ ਜੀ। ਸ਼ਾਮ ਜੀ, ਜਿਸ ਤਰੀਕੇ ਨਾਲ ਇੱਥੇ ਗੱਲਬਾਤ ਚੱਲ ਰਹੀ ਹੈ ਕਿ ਜੇਕਰ ਇਦਾਂ ਦੀ ਦਿੱਕਤ ਆ ਜਾਵੇ, ਪਰਮਾਤਮਾ ਨਾ ਕਰੇ, ਪਰ ਆ ਵੀ ਰਹੀਆਂ ਨੇ ਬਹੁਤ ਜ਼ਿਆਦਾ ਦਿੱਕਤ ਹੈ। ਇਦਾਂ ਮੈਂ ਇਦਾਂ ਦੇ ਜੋੜਿਆਂ ਨੂੰ ਜਾਣਦਾ ਕਿ ਜਿਨ੍ਹਾਂ ਨੇ ਇੱਕ ਵਾਰ ਰੱਬ ਬਣਨ ਦੀ ਕੋਸ਼ਿਸ਼ ਕੀਤੀ ਤੇ ਫਿਰ ਰੱਬ ਨੇ ਉਹਨਾਂ ਨੂੰ ਸ਼ਕਤੀ ਦਿਖਾਈ ਤੇ 20-20 ਸਾਲ ਹੋ ਗਏ ਨੇ, ਹੁਣ ਤੱਕ ਉਹ ਬੱਚੇ ਨੂੰ ਤਰਸਦੇ ਨੇ। ਕਦੇ ਕਿਸੇ ਤੋਂ ਡਿਮਾਂਡ ਕਰਦੇ ਨੇ ਕਿ ਸਾਨੂੰ ਬੱਚਾ ਦੇ ਦਿਓ, ਕਦੇ ਕਿਸੇ ਤੋਂ ਡਿਮਾਂਡ ਕਰਦੇ ਨੇ। ਜਿਹੜੇ ਕਹਿੰਦੇ ਸੀ ਜੀ ਪਹਿਲਾਂ ਥੋੜਾ ਜਿਹਾ ਸੈੱਟ ਹੋ ਜਾਈਏ ਫਿਰ ਅਸੀਂ ਬੱਚਾ ਲੈਣਾ ਹੈ, ਤੇ ਜਦੋਂ ਸੈੱਟ ਹੋ ਗਏ ਪਰਮਾਤਮਾ ਕਹਿੰਦਾ ਤੁਹਾਡਾ ਬੱਚਾ ਲੈਣ ਦਾ ਪਲਾਨ ਨਹੀਂ ਸੀ, ਸੈੱਟ ਹੋਣ ਦਾ ਪਲਾਨ ਸੀ, ਮੈਂ ਤੁਹਾਨੂੰ ਕਰੋੜਾਂ ਰੁਪਇਆ ਦੇਤਾ, ਹੁਣ ਤੁਸੀਂ ਬੱਚਾ ਲੈ ਕੇ ਦਿਖਾਓ। ਜੀ ਜੀ ਸ਼ਾਮ ਜੀ। ਜੀ ਕਸਮ ਜੀ,
ਜਿਹੜਾ ਪ੍ਰੋਸੈਸ ਇਹ ਗਲਤ ਅਪਣਾ ਲੈਂਦੇ ਨਾ, ਫਿਰ ਉਸ ਪ੍ਰੋਸੈਸ ਤੋਂ ਬਾਅਦ ਜਿਹੜਾ ਬੱਚਾ ਰਹਿਣ ਦੀ ਗੱਲ ਨਾ ਫਿਰ ਅਸੀਂ ਭੁੱਲ ਜਾਈਏ, ਕਿਉਂਕਿ ਅਸੀਂ ਇੰਨੀਆਂ ਗਲਤੀਆਂ ਕਰ ਚੁੱਕੇ ਹੁੰਦੇ ਆ ਵੀ ਸਾਨੂੰ ਜਿਹੜਾ ਬੇਬੀ ਕਨਸੀਵ ਕਰਨ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ। ਫਿਰ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਟ੍ਰੀਟਮੈਂਟ ਕਰਾਉਂਦੇ ਆ, ਉਹਦੇ ਵਿੱਚ ਵੀ ਜਦੋਂ ਕਹਿ ਲਓ ਵੀ ਬੰਦੇ ਦੇ ਹੱਥ ਕੁਝ ਨਹੀਂ ਪੈਂਦਾ। ਅਖੀਰ ਤੇ ਕਈ ਵਾਰੀ ਇਦਾਂ ਦੀ ਵੀ ਹਾਲਤ ਹੋ ਜਾਂਦੀ ਹੈ ਵੀ ਬੰਦਿਆਂ ਨੂੰ ਇਸ ਗੱਲ ਨੂੰ ਲੈ ਕੇ ਵੀ ਡਿਵੋਰਸ ਤੱਕ ਗੱਲ ਪਹੁੰਚ ਜਾਂਦੀ ਆ ਕਿ ਸਾਡੇ ਕੋਲ ਬੇਬੀ ਨਹੀਂ ਹੋ ਰਿਹਾ, ਮੈਂ ਕਿਸੇ ਹੋਰ ਮੈਰਿਜ ਨੂੰ ਕਰੂੰਗਾ, ਹਨਾ, ਇਹ ਚੀਜ਼ਾਂ ਆ ਜਾਂਦੀਆਂ। ਬਾਕੀ ਸਮਾਜ ਵਿੱਚ ਆਪਾਂ ਇਹੀ ਗੱਲ ਕਵਾਂਗੇ ਕਿ ਇਦਾਂ ਦੀਆਂ ਜਿਹੜੀਆਂ ਪ੍ਰੋਬਲਮ ਹੈਗੀਆਂ ਇਹਨਾਂ ਨੂੰ ਬਚਿਆ ਜਾਵੇ ਇਹਨਾਂ ਤੋਂ, ਹਨਾ। ਕੰਟਰਾਸੈਪਟਿਵ ਜਿਹੜੇ ਹੈਗੇ ਆ ਉਹ ਘੱਟ ਤੋਂ ਘੱਟ ਪ੍ਰਯੋਗ ਕਰਨੇ ਚਾਹੀਦੇ, ਯੂਜ਼ ਕਰਨੇ ਚਾਹੀਦੇ ਨੇ। ਜੀ। ਤੇ ਫਿਰ ਡਾਕਟਰ ਸਾਹਿਬ ਸੰਜੀਵ ਜੀ, ਸਾਨੂੰ ਇਹ ਸਮਝਾਓ ਕਿ ਜਿਹੜੀਆਂ ਚੀਜ਼ਾਂ ਅਸੀਂ ਇਸ ਵੇਲੇ ਜਿਸ ਰਾਹ ਦੇ ਉੱਤੇ ਪਏ ਹੋਇਆ, ਇਹ ਮੰਜ਼ਿਲ ਕਿੱਥੇ ਹੈ, ਕੀ ਮੰਜ਼ਿਲ ਹੈ ਇਹਦੀ, ਜਿਹੜੀ ਰਾਹ ਤੇ ਅੱਜ ਅਸੀਂ ਪੈ ਚੁੱਕੇ ਹਾਂ। ਰੱਬ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਕੁਦਰਤ ਦੇ ਵਰਤਾਰੇ ਦੇ ਵਿੱਚ ਖਿਲਵਾੜ ਅਸੀਂ ਕਰ ਰਹੇ ਹਾਂ ਇਸ ਵੇਲੇ, ਉਹ ਮਾਰਗ ਜਿਹੜਾ ਕੁਦਰਤ ਨੇ ਬਣਾਇਆ ਹੈ, ਤੇ ਜਦੋਂ ਅਸੀਂ ਉਹ ਰਾਹ ਦੇ ਵਿੱਚ ਅੜਿੱਕਾ ਬਣਦੇ ਹਾਂ, ਟੋਏ ਪੱਟਦੇ ਹਾਂ, ਮਿੱਟੀ ਰੇਤਾ ਆਪਣੇ ਵਿਚਾਰਾਂ ਦੇ ਵਿੱਚ ਪਾਉਣੇ ਆ, ਇਲਾਜਾਂ ਦੇ ਵਿੱਚ ਪਾਉਣੇ ਆ, ਟ੍ਰੀਟਮੈਂਟਾਂ ਦੇ ਵਿੱਚ ਪਾਉਣੇ ਆ, ਤੇ ਫਿਰ ਮੰਜ਼ਿਲ ਕਿੱਥੇ ਤੱਕ ਜਾ ਗਈ? ਦੇਖੋ ਸਰ, ਪਹਿਲਾਂ ਤਾਂ ਸੁਝਾਅ ਇੱਕ ਸਿੱਧਾ, ਜਦੋਂ ਵਿਆਹ ਹੋ ਗਿਆ, ਦੇਸੀ ਸੁਝਾਅ, ਜਦੋਂ ਵਿਆਹ ਹੋ ਗਿਆ ਅਗਰ ਪ੍ਰੈਗਨੈਂਸੀ ਹੋ ਜਾਂਦੀ ਆ ਤਾਂ ਉਹਦੇ ਵਿੱਚ ਕੋਈ ਖਿਲਵਾੜ ਨਹੀਂ, ਔਰਤ ਨੂੰ ਬੱਚਾ ਜੰਮਣ ਦਿਓ। ਓਕੇ, ਮਤਲਬ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਪ੍ਰੈਗਨੈਂਸੀ ਹੋ ਗਈ ਤਾਂ ਉਸ ਵੇਲੇ ਡਾਕਟਰ ਕੋਲ ਨਾ ਅਸੀਂ ਜਾਈਏ, ਪ੍ਰੈਗਨੈਂਸੀ ਦਾ ਪਤਾ ਲੱਗਦੇ ਅਸੀਂ ਹਲਵਾਈ ਵੱਲ ਨੂੰ ਭੱਜੀਏ। ਹਾਂ ਬਿਲਕੁਲ ਸਰ, ਲੋਕਾਂ ਦਾ ਮੂੰਹ ਮਿੱਠਾ ਕਰਾਓ, ਜਿਵੇਂ ਹਲਵਾਈ ਵੱਲ, ਜਿਵੇਂ ਖੁਸ਼ੀ ਹੁੰਦੀ ਹੈ ਨਾ ਘਰ ਦੇ ਵਿੱਚ ਵੀ ਬੇਟਾ ਜਾਂ ਬੇਟੀ ਆਉਣ ਵਾਲੀ ਆ, ਉਹਦੀ ਖੁਸ਼ੀ ਮਨਾਉਣ ਦੀ ਤਿਆਰੀ ਕਰੀਏ। ਜਿਹੜੀ ਘਰ ਦੇ ਵਿੱਚ ਬਹੂ ਹੈ, ਦੁਆਵਾਂ ਅਸੀਂ ਤਾਂ ਇਹ ਕਰੀਏ, ਮੈਂ ਤਾਂ ਇਹੀ ਦੁਆ ਕਰਦਾ ਹੁੰਦਾ ਜੀ ਕਿ ਪਹਿਲਾਂ ਬੇਟੀ ਆਵੇ ਹਰੇਕ ਦੇ ਘਰ, ਉਹ ਤੁਹਾਨੂੰ ਸਾਹਮਣ ਵਾਲੀ ਤਾਂ ਹੋਊਗੀ ਘੱਟੋ ਘੱਟ। ਇਹ ਚੀਜ਼ ਹੈਗੀ ਆ। ਬੰਦਾ ਇਨਸਾਨ ਬੜਾ ਸੈਲਫਿਸ਼ ਹੈ ਜੀ, ਅਗਰ ਕਹਿਣਾ ਵੀ ਹੈ ਨਾ, ਮੈਂ ਤਾਂ ਹਮੇਸ਼ਾ ਇਹੀ ਕਹਿਣਾ ਹੁੰਦਾ ਸੀ ਕਿ ਇਹ ਪ੍ਰਮਾਤਮਾ ਮੈਨੂੰ ਬੇਟੀ ਦੇ। ਜਦੋਂ ਮੇਰੀ ਮੈਰਿਜ ਹੋਈ ਹੈ, ਵਿਆਹ ਹੋਇਆ, ਉਸ ਵੇਲੇ ਇਨਸਾਨੀਅਤ ਨੂੰ ਸਮਝਣ ਲੱਗ ਪੈਂਦਾ। ਜਦੋਂ ਬੇਟੀ ਘਰੇ ਆ ਜਾਂਦੀ ਨਾ, ਬੰਦਾ ਦੂਜੇ ਦੀ ਬੇਟੀ ਨੂੰ ਬੇਟੀ ਸਮਝਦਾ। ਫਿਰ ਜੇ ਬੇਟੀ ਨਹੀਂ ਹੈਗੀ ਨਾ, ਫਿਰ ਏਦਾਂ ਲੱਗਦਾ ਰਹਿੰਦਾ ਕਿ ਮੈਂ ਘਰੇ ਆਪਣੇ ਮਿਰਜ਼ਾ ਪਾਲਿਆ ਆ। ਦੇਖੋ ਜੇ ਨਾ ਦੇਖੋ ਇੱਥੇ ਵੀ ਬੰਦਾ ਜਿਹੜਾ ਨਾ ਮਨੁੱਖ ਤੁਸੀਂ ਆਪ ਕਸਤੇ ਸਵਾਰਥੀ ਆ। ਜਦੋਂ ਕੋਈ ਵੀ ਔਰਤ ਜਿਹੜੀ ਹੈਗੀ ਉਹ ਗਰਭਵਤੀ ਹੁੰਦੀ ਆ, ਹਮੇਸ਼ਾ ਇਹੀ ਸੋਚਿਆ ਜਾਂਦਾ ਕਿ ਮੁੰਡਾ ਹੋਵੇ। ਬੜੀ ਔਰਤਾਂ ਵੀ ਇਹੀ ਸੋਚਦੀਆਂ, ਔਰਤਾਂ ਵੀ ਕਈ ਵਾਰ ਇਹੀ ਸੋਚਦੀਆਂ। ਗੱਲ ਦਾ ਸਾਡੇ ਦਾ ਵਿਸ਼ਾ ਕੁਝ ਹੋ ਰਿਹਾ, ਪਰ ਥੋੜਾ ਜਿਹਾ ਵਿੱਚ ਆ ਗਿਆ, ਆਪਾਂ ਕਰ ਹੀ ਲੈਨੇ ਗੱਲ ਇੱਥੇ ਵੀ ਜੇ ਔਰਤ ਪ੍ਰੈਗਨੈਂਟ ਹੁੰਦੀ ਆ ਤੇ ਬੰਦਾ ਚਾਹੁੰਦਾ ਹੈ ਕਿ ਮੁੰਡਾ ਹੋਵੇ। ਬੰਦੇ ਤੋਂ ਭਾਵ ਆਪਾਂ ਪਰਿਵਾਰਕ ਮੈਂਬਰ, ਚਾਹੇ ਉਹਦੇ ਵਿੱਚ ਔਰਤ ਵੀ ਹੋਵੇ ਕੋਈ ਵੀ, ਖੁਦ ਔਰਤ ਜਿਹੜੀ ਪ੍ਰੈਗਨੈਂਟ ਹੁੰਦੀ ਉਹ ਵੀ ਚਾਹੁੰਦੀ ਹੁੰਦੀ ਆ ਕਿ ਮੇਰੇ ਮੁੰਡਾ ਹੀ ਹੋਵੇ। ਲੇਕਿਨ ਜਦੋਂ ਵਜ਼ਨ ਇੰਨਾ, ਮੈਂ ਫੇਰ ਤੁਹਾਨੂੰ ਉਹੀ ਗੱਲ ਕਹਿਣਾ, ਜਦੋਂ ਉਹਦੇ ਤੇ ਵਜ਼ਨ ਹੀ ਇੰਨਾ ਪਾ ਦਿੱਤਾ ਜਾਂਦਾ ਹੈ ਸਾਰੇ ਪਾਸਿਓਂ, ਇੰਨਾ। ਤੁਹਾਡੀ ਗੱਲ ਨੂੰ ਮੈਨੂੰ ਤੁਸੀਂ ਜੋ ਗੱਲ ਕਹਿਣਾ ਚਾਹੁੰਦੇ, ਮੈਂ ਤੁਹਾਨੂੰ ਉੱਥੇ ਸਿੱਧਾ ਲੈ ਕੇ ਆਣਾ। ਜੇ ਵਜ਼ਨ ਪਾਉਣ ਲਈ ਆਪਾਂ ਘਰਦਿਆਂ ਤੋਂ ਡਰਦੇ ਆ, ਤਾਂ ਫਿਰ ਜਿਹੜੀ ਆਪਾਂ ਲੈ ਰਹੇ ਆ, ਜਿਹਨੂੰ ਟੈਬਲੇਟ ਲੈ ਰਹੇ ਜੀ, ਪਲਾਨਿੰਗ, ਫੈਮਿਲੀ ਪਲਾਨਿੰਗ, ਉਹ ਤੋਂ ਨਹੀਂ ਡਰ ਲੱਗਦਾ? ਉਹ ਤੋਂ ਕਿਉਂ ਨਹੀਂ ਡਰ ਲੱਗਦਾ? ਮਕਸਦ ਇਹ ਆ ਕਿ ਡਰ ਕਿਸ ਚੀਜ਼ ਦਾ? ਦਿਖਾਵੇ ਦਾ ਡਰ ਹੈ। ਵੱਡੀ ਗੱਲ ਹੈ, ਦਿਖਾਵੇ ਦਾ ਡਰ ਹੈ ਕਿ ਮੈਨੂੰ ਮੇਰੀ ਸੱਸ ਆ ਕਹਿ ਰਹੀ ਆ, ਮੈਨੂੰ ਮਾਂ ਇਹ ਕਹਿ ਰਹੀ ਹੈ। ਸੱਸ ਤਾਂ ਤੁਹਾਨੂੰ ਇਹ ਵੀ ਨਹੀਂ ਕਹਿੰਦੀ ਕਿ ਤੁਸੀਂ ਆਹ ਪਲਾਨਿੰਗ ਕਰੋ। ਉਸ ਵੇਲੇ ਤਾਂ ਕੋਈ ਗੱਲ ਨਹੀਂ, ਉਸ ਖੁਦ ਦਾ ਫੈਸਲਾ, ਖੁਦ ਦੇ ਫੈਸਲਿਆਂ ਨੂੰ ਅਸੀਂ ਦੂਜੇ ਤੇ ਥੋਪਦੇ ਆ। ਮੰਨ ਲਓ ਮੇਰੀ ਗਲਤੀ ਆ ਨਾ, ਮੈਂ ਕਦੇ ਆਪਣੀ ਗਲਤੀ ਆਪਣੇ ਸਿਰ ਨਹੀਂ ਲੈਣੇ। ਮੈਂ ਕਹਿਣਾ ਕਾਸੀ ਬ੍ਰਦਰ ਨੇ ਕੀਤੀ, ਮੇਰੀ ਤਾਂ ਮੇਰੇ ਤਾਂ ਕੋਈ ਮਸਲਾ ਹੀ ਨਹੀਂ ਸੀ, ਮੈਂ ਤਾਂ ਲੈਣ ਦੇਣੀ ਨਹੀਂ। ਪ੍ਰਵਿਰਤੀ ਹੁੰਦੀ ਹੈ ਜੀ ਮਨੁੱਖ ਦੀ, ਬਿਲਕੁਲ ਇਹ ਚੀਜ਼, ਬਿਲਕੁਲ। ਸੋ ਇਸ ਕਰਕੇ ਜਿੰਨੇ ਵੀ ਦਰਸ਼ਕ ਜੁੜੇ ਆ, ਉਹਨਾਂ ਨੂੰ ਇਹ ਚੀਜ਼, ਜਿੰਨੇ ਭੈਣ ਭਰਾ ਨਾਲ ਜੁੜੇ ਹੋਏ ਆ, ਜੇ ਅੱਜ ਕੁਛ ਚੋਂ ਨਿਕਲ ਕੇ ਆਵੇ, ਕੋਈ ਗੱਲਾਂ ਜਦੋਂ ਆਪਾਂ ਕਰਦੇ ਨੈਚੁਰਲੀ ਕੁਛ ਨਾ ਕੁਛ ਏਦਾਂ ਦੀ ਚੀਜ਼ ਨਿਕਲ ਕੇ ਆ ਜਾਂਦੀ ਹੈ, ਤਾਂ ਜਿਹੜੇ ਨਵੇਂ ਵਿਆਹੇ ਜੋੜੇ ਹੈਗੇ ਆ, ਉਹਨਾਂ ਨੂੰ ਨਾਲ ਲੱਗਦਾ ਹੀ ਬੇਬੀ ਲੈ ਲੈਣਾ ਚਾਹੀਦਾ। ਨਹੀਂ ਤਾਂ ਇੱਕ ਵਾਰੀ ਝਾਤੀ ਪਿੱਛੇ ਨੂੰ ਮਾਰ ਕੇ ਦੇਖੋ, ਜਿਹੜੇ ਤੁਹਾਡੇ ਭੈਣ ਭਰਾ ਆ ਜਿਨ੍ਹਾਂ ਦੇ ਘਰੇ ਬੱਚਾ ਨਹੀਂ ਹੈਗਾ, ਉਹ ਅੱਜ ਤਰਸ ਰਹੇ ਆ। ਉਹ ਪਤਾ ਨਹੀਂ ਕਿੰਨੇ ਲੱਖਾਂ ਰੁਪਈਆ ਵੀ, ਕਿਹੜੀ ਫੈਮਿਲੀ ਪਲਾਨਿੰਗ ਸੀ, ਉਹ ਪੈਸਾ ਕਮਾਇਆ ਮੁੜ ਕੇ ਡਾਕਟਰਾਂ ਨੂੰ ਦੇ ਦਿੱਤਾ, ਕਿਹੜੀ ਪਲਾਨਿੰਗ ਸੀ? ਕਿਉਂਕਿ ਸਰ ਇਹਦੇ ਵਿੱਚ ਦੋ ਤਿੰਨ ਗੱਲਾਂ ਹੋਰ ਵੀ ਐਡ ਹੈ ਨਾ। ਇੱਕ ਤਾਂ ਆਮ ਤੌਰ ਤੇ ਹੁਣ ਵਿਆਹ ਦੀ ਉਮਰ ਬਹੁਤ ਲੇਟ ਹੁੰਦੀ ਜਾ ਰਹੀ ਹੈ। ਮੈਂ ਇਹ ਨਹੀਂ ਕਹਿੰਦਾ ਵੀ ਨਿਆਣੇ ਵਿਆਹ ਦੇਣੇ ਚਾਹੀਦੇ ਆ, ਮਤਲਬ ਜਿੱਦਾਂ ਹੁਣ ਤਾਂ ਸਾਡੀ ਸਰਕਾਰ, ਮਤਲਬ ਜਿਹੜੀ ਪਲੈਨਿੰਗ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਪਲੈਨਿੰਗ ਆਪਾਂ ਨੂੰ ਵਿਆਹ ਤੋਂ ਬਾਅਦ ਕਰਨੀ ਚਾਹੀਦੀ ਹੈ, ਉਹ ਪਹਿਲੇ ਅਸੀਂ ਪਲਾਨ ਕਰਕੇ ਰੱਖੀਏ। ਜੇਕਰ ਨਹੀਂ ਹੁੰਦੀ ਤਾਂ ਆਪਣਾ, ਅਸੀਂ ਵੀ ਤਾਂ ਬੁੱਢੇ ਹੋ ਰਹੇ ਹਾਂ ਜੀ, 30 ਸਾਲ ਦੀ ਉਮਰ ਦੇ ਵਿੱਚ ਅਸੀਂ ਜਾ ਕੇ ਵਿਆਹ ਕਰਵਾ ਰਹੇ ਹਾਂ, ਉਹਦਾ ਵੀ ਤਾਂ ਕਿਤੇ ਨਾ ਕਿਤੇ ਉਮਰ 'ਚ ਜਾ ਕੇ ਵਿਆਹ ਕਰਾਣੇ। ਮੈਂ ਉਹੀ ਗੱਲ ਕਰਨਾ, ਸਾਡਾ ਵੀਰੇ ਜਿਹੜਾ ਆ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਖੁਰਾਕਾਂ ਨਹੀਂ ਹੈਗੀਆਂ, ਜਦੋਂ ਖੁਰਾਕਾਂ ਨਹੀਂ ਹੈਗੀਆਂ ਤਾਂ ਨੇਚਰਲੀ ਆ। ਅੱਜ ਤੁਸੀਂ ਗੱਲ ਕਰਦੇ ਦੁੱਧ ਦੀ ਗੱਲ ਕਰਦੇ, ਆਪਾਂ ਹਰ ਵਾਰੀ ਵੀਡੀਓ 'ਚ ਗੱਲ ਕਰਦੇ ਦੁੱਧ ਨਾ ਪੀਓ। ਗੁੱਜਰ ਪਰਿਵਾਰ ਜਿਹੜੇ ਜਿਨ੍ਹਾਂ ਦੇ ਪਸ਼ੂ ਚਰਦੇ ਆ,
ਚਰ ਕੇ ਆਉਂਦੇ ਆ ਨਾ, ਉਹਨਾਂ ਦੇ ਬੱਚੇ ਬੜੇ ਸਟਰੋਂਗ ਹੁੰਦੇ, ਉਹ ਕਦੇ ਕਿਸੇ ਹਸਪੀਟਲ ਲੈ ਕੇ ਜਾ ਕੇ ਆਪਰੇਟ ਨਹੀਂ ਕਰਾਉਂਦੇ, ਨਾਰਮਲੀ ਘਰੇ ਡਿਲੀਵਰੀਆਂ ਹੋ ਰਹੀਆਂ। ਕਿਉਂ ਹੁੰਦੀਆਂ? ਕਿਉਂਕਿ ਉਹ ਜਿਹੜਾ ਜਾਨਵਰ ਆ, ਜਿਹੜਾ ਉਹ ਮੱਝ ਆ, ਉਹ ਪੱਠੇ ਬਾਹਰੋਂ ਚੁੱਕ ਕੇ ਆਂਦੀ, ਉਹਦੇ ਵਿੱਚ ਅਸ਼ਵਗੰਧਾ ਸਾਨੂੰ ਨਾਰਮਲ ਮਿਲਦਾ। ਜਿਹੜਾ ਉਹ ਅਸ਼ਵਗੰਧਾ ਸੀਗਾ, ਜੇ ਉਹ ਪਸ਼ੂ ਨੇ ਖਾਦਾ ਤਾਂ ਉਹਦਾ ਦੁੱਧ ਕਿਹਨੇ ਪੀਤਾ? ਆਪਾਂ। ਸਾਡਾ ਵੀਰੇ ਕਿੰਨਾ ਸਟਰੋਂਗ ਆ, ਬੇਬੀ ਸਟਰੋਂਗ ਆ। ਪਰ ਅਸੀਂ ਉਦੋਂ ਵੀ ਟੀਕੇ ਲਾ ਕੇ ਚੋਣ ਲੱਗੇ ਜੀ। ਦਿੱਕਤਾਂ ਇੱਥੇ ਨੇ ਸਰ, ਗੱਲਾਂ ਟੀਕੇ ਲਾ ਕੇ ਚੋਣ ਲੱਗੇ। ਗੱਲਾਂ ਨਾ, ਆਪਣੀ ਗੱਲ ਜਿਹੜੀ ਸ਼ੁਰੂ ਹੋਈ ਫੈਮਿਲੀ ਪਲੈਨਿੰਗ ਤੋਂ, ਆਪਾਂ ਗੱਲ ਕੀਤੀ ਸੀ ਫੈਮਿਲੀ ਪਲੈਨਿੰਗ 3-4 ਪ੍ਰਕਾਰ ਦੀ ਹੁੰਦੀ ਆ। ਉਹਦੇ ਵਿੱਚ ਇੱਕ ਤਾਂ ਆਮ ਤੌਰ ਤੇ ਇਦਾਂ ਹੋਣਾ ਸ਼ੁਰੂ ਹੋ ਗਿਆ ਨਾ ਵੀ ਜਦੋਂ ਤੱਕ ਜੀ ਮੁੰਡਾ ਆਪਣੇ ਪੈਰਾਂ ਤੇ ਨਹੀਂ ਖੜ ਜਾਂਦਾ ਉਦੋਂ ਤੱਕ ਵਿਆਹਣਾ ਨਹੀਂ। ਔਰ ਨਹੀਂ, ਅਸੀਂ ਪਰਮਾਤਮਾ, ਮੈਂ ਤਾਂ ਇਹ ਪੁੱਛਦਾ ਹੁੰਦਾ ਜਿਹੜੇ ਕਹਿੰਦੇ ਜੀ ਅਸੀਂ ਵਿਆਹਣਾ ਨਹੀਂ, ਮੈਂ ਤਾਂ ਇਹ ਕਿ ਪਰਮਾਤਮਾ ਨਾਲ ਕੋਈ ਕੰਟਰੈਕਟ ਕੀਤਾ ਹੁੰਦਾ ਕਿ ਅਸੀਂ ਪਰਮਾਤਮਾ ਨਾਲ ਕੰਟਰੈਕਟ ਕਰ ਲਏ ਵੀ ਮੁੰਡਾ ਸਾਡਾ ਸੈਟਲ ਹੋ ਜਾਂਦਾ, ਅਸੀਂ ਫਿਰ ਸਿਸਟਮ ਦੇਖੋ, ਸਾਡੇ ਸਮਾਜ ਦਾ, ਸਾਡੀਆਂ ਸਰਕਾਰਾਂ ਦਾ ਸਿਸਟਮ ਇਦਾਂ ਦਾ ਬਣ ਗਿਆ ਵੀ ਤੁਸੀਂ ਤਾਂ ਸਾਰੀ ਉਮਰ ਨਹੀਂ ਸੈੱਟ ਹੋਣਾ, ਹੋਣਾ ਹੀ ਨਹੀਂ। ਇਹਦਾ ਮਤਲਬ ਤੁਸੀਂ ਸਾਰੀ ਉਮਰ ਹੁਣ ਵਿਆਹ ਨਹੀਂ ਕਰਾਓਗੇ। ਅੱਛਾ, ਜਦੋਂ ਪਹਿਲਾਂ ਤਾਂ ਸੈੱਟ ਹੋਣ ਦੇ ਚੱਕਰ ਦੇ ਵਿੱਚ ਵਿਆਹ ਲੈ ਸਰ, ਸੈੱਟ ਹੋਣ ਦੇ ਚੱਕਰ 'ਚ ਮਾਫ ਕਰਨਾ ਤੁਹਾਨੂੰ, ਮੈਂ ਵਿੱਚੋਂ ਰੋਕ ਰਿਹਾ। ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦਾ ਕਿ ਜਿਨ੍ਹਾਂ ਦੀਆਂ ਉਮਰਾਂ 40-40 45-45 ਸਾਲ ਦੀਆਂ ਹੋ ਗਈਆਂ, ਹੁਣ ਮੈਨੂੰ ਫੋਨ ਕਰਕੇ ਕਹਿੰਦੇ ਨੇ ਵੀ ਕੋਈ ਦੇਖ ਲਓ, ਚੰਗਾ ਡਾਕਟਰ ਦੱਸ ਦਿਓ, ਕੋਈ ਦੇਖ ਲਓ ਕਿ ਯਾਰ ਕੋਈ ਜ਼ਰੂਰਤਮੰਦ ਹੋਵੇ ਜਾਂ ਕੋਈ ਵਿਧਵਾ ਔਰਤ ਹੋਵੇ, ਉਹਨਾਂ ਨਾਲ ਵੀ ਹੁਣ ਫਿਰ ਰਿਸ਼ਤੇ ਤਾਂ ਇਦਾਂ ਦੇ ਆਉਣਗੇ। ਬਿਲਕੁਲ ਸਰ, ਰਿਸ਼ਤੇ ਵੀ ਇਦਾਂ ਦੇ ਆਉਂਦੇ ਆ। ਸੈੱਟ ਹੋਣ ਦੇ ਚੱਕਰ 'ਚ ਵਿਆਹ ਲੇਟ, ਫਿਰ ਮੁੜ ਕੇ ਪਲੈਨਿੰਗ ਦੇ ਚੱਕਰ ਦੇ ਵਿੱਚ ਜਦੋਂ ਤੁਸੀਂ ਪਹਿਲਾਂ ਕਰੋਗੇ ਬੱਚਾ ਲੇਟ। ਠੀਕ ਹੈ ਜੀ, ਇਹ 2-3 ਪ੍ਰਕਾਰ ਦੇ ਪਾਸਿਓਂ ਅਸੀਂ ਲੇਟ ਹੋ ਜਾਂਦੇ ਆ। ਮੁੜ ਕੇ ਸਾਡਾ ਸਰੀਰ ਆ ਜਿਹੜਾ ਸਾਡੇ ਮੋਰੇ ਲੇਟ ਹੋ ਜਾਂਦਾ, ਸਰੀਰਕ ਤੰਦਰੁਸਤੀ ਸਾਡੀ ਏਦਾਂ ਦੀ ਨਹੀਂ ਰਹਿੰਦੀ ਹੈ ਨਾ ਬਈ ਅਸੀਂ ਜਿਹੜਾ ਹੈਗਾ ਆ ਉਹ ਬੱਚਾ ਪੈਦਾ ਕਰਨ ਦੇ ਕਈ ਵਾਰੀ ਕਾਬਲ ਨਹੀਂ ਰਹਿੰਦੇ। ਕੁਝ ਖੁਰਾਕਾਂ ਇਦਾਂ ਦੀਆਂ ਹੋ ਗਈਆਂ, ਅਸੀਂ ਜੰਕ ਫੂਡ ਵਾਲੇ। ਅੱਛਾ, ਜੇ ਉਹ ਕਹਿੰਦੇ ਹੈਗੇ ਆ ਮੁੰਡਾ ਕੁੜੀ ਜਿਹਨਾਂ ਦਾ ਵਿਆਹ ਹੋ ਜਾਂਦਾ ਨਵਾਂ, ਅਸੀਂ ਅਜੇ ਇੰਜੋਏ ਕਰਨਾ। ਅੱਛਾ, ਇੰਜੋਏ ਕੀ ਕਰਨਾ ਉਹਨਾਂ ਨੇ? ਇਹੀ ਹੋ ਗਿਆ ਜੀ, ਮੈਂ ਫਲਾਣੇ ਥਾਂ ਤੇ ਘੁੰਮਣ ਚਲ ਗਿਆ, ਉੱਥੇ ਰੈਸਟੋਰੈਂਟ 'ਚ ਖਾਦਾ, ਉੱਥੇ ਚਲੇ ਗਿਆ, ਉੱਥੇ ਰੈਸਟੋਰੈਂਟਾਂ 'ਚ ਖਾਣਾ, ਇਹੀ ਇੰਜੋਏ ਰਹਿ ਗਿਆ ਲਾਈਫ ਦਾ। ਖਾਣਾ ਕੀ ਆਪਾਂ? ਪੀਜ਼ੇ, 버ਗਰ। ਖੁਰਾਕ ਆਪਾਂ ਫਿਰ ਮਤਲਬ ਇੰਜੋਏ ਕਰਨ ਦੇ ਚੱਕਰ 'ਚ ਖੁਰਾਕ ਉਹ ਲੈਣੀ ਆ ਜਿਹੜੀ ਖੁਰਾਕ ਸਾਨੂੰ ਸਰੀਰਕ ਤੌਰ ਤੇ ਕਮਜ਼ੋਰ ਕਰਦੀ ਆ, ਜਿਹਨੇ ਮਰਦ ਨੂੰ ਵੀ ਔਰ ਔਰਤ ਨੂੰ ਵੀ ਉਹ ਬਿਮਾਰੀਆਂ ਜਾਂ ਉਹ ਸਮੱਸਿਆਵਾਂ ਪੈਦਾ ਕਰਨੀਆਂ ਜਿਹੜੀਆਂ ਸਾਨੂੰ ਕੁਦਰਤੀ ਰੂਪ 'ਚ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਰਹਿਣ ਦਿੰਦੀਆਂ। ਅਸੀਂ ਅਸਲ ਦੇ ਵਿੱਚ ਇਦਾਂ ਨਹੀਂ ਕਹਿੰਦੇ ਆਪਾਂ ਇੰਜੋਏ ਨਹੀਂ ਕਰ ਰਹੇ ਹੁੰਦੇ, ਅਸੀਂ ਆਪਣੀ ਲਾਈਫ ਨੂੰ ਬਰਬਾਦ ਕਰਨ ਵਾਲੇ ਪਾਸੇ ਨੂੰ ਇੱਕ ਕਦਮ ਚੁੱਕ ਲੈਂਦੇ। ਮੈਂ ਤਾਂ ਇਹ ਵੀ ਮੰਨਦਾ ਜੀ ਕਿ ਜਿਹੜਾ ਗਰਭਵਤੀ ਨੂੰ ਔਰਤ ਨੂੰ ਅਹਿਸਾਸ ਹੁੰਦਾ ਹੈ ਇੰਜੋਏ ਦਾ, ਮੈਨੂੰ ਲੱਗਦਾ ਕਿ ਅਸਲ ਇੰਜੋਏ ਤਾਂ ਉਹ ਹੈ ਜਦੋਂ ਪਰਮਾਤਮਾ ਤੁਹਾਨੂੰ ਆਪਣੀ ਪ੍ਰਕਿਰਤੀ ਦਾ, ਆਪਣੀ ਪ੍ਰਵਿਰਤੀ ਦਾ, ਆਪਣੀ ਕੁਦਰਤ ਦਾ ਬੰਦੇ ਨੂੰ ਵੀ ਔਰ ਔਰਤ ਨੂੰ ਜਦੋਂ ਉਸ ਦਾ ਹਿੱਸਾ ਬਣਾਉਂਦਾ। ਮੈਨੂੰ ਲੱਗਦਾ ਕਿ ਉਸ ਤੋਂ ਵੱਡਾ ਇੰਜੋਏ ਤਾਂ ਕੋਈ ਹੋ ਹੀ ਨਹੀਂ ਸਕਦਾ ਡਾਕਟਰ ਸਾਹਿਬ। ਇੰਜੋਏ ਤਾਂ ਐਕਚੁਅਲੀ ਕਹਿੰਦੇ ਔਰਤ ਉਦੋਂ ਸੰਪੂਰਨ ਹੁੰਦੀ ਆ ਜਦੋਂ ਮਾਂ ਬਣਦੀ ਆ। ਅਸਲ 'ਚ ਤਾਂ ਇਹ ਇੱਕ ਪ੍ਰੋਸੈਸ ਹੈਗਾ। ਪਰ ਸਾਡੇ ਵਾਲੇ ਨਾ ਜਿਹੜੇ ਹੈਗੇ ਲੋਕ ਆ, ਆਮ ਸਧਾਰਨ ਜਿਹੜੇ ਹੈਗੇ, ਇਹ ਟੀਵੀ ਨੂੰ ਫੋਲੋ ਕਰਦੇ ਆ ਜੀ। ਜੋ ਟੀਵੀ ਤੇ ਹੁੰਦਾ ਉਹ ਅਸੀਂ ਘਰਾਂ 'ਚ ਲਾਗੂ ਕਰਨਾ ਸ਼ੁਰੂ ਕਰ ਦਿੰਦੇ। ਮਾਫ ਕਰਨਾ, ਸਾਡੀਆਂ ਦਿੱਕਤਾਂ ਇਹ ਨੇ ਕਿ ਨਾ ਅਸੀਂ ਨਾ ਉਹ ਹੀਰੋਇਨਾਂ ਦੇਖੀ ਜਾਂਦੇ ਆ ਜਿਨ੍ਹਾਂ ਨੂੰ ਕਰੋੜ ਰੁਪਇਆ ਟ੍ਰੇਨਰ ਨੇ ਦਿੱਤਾ ਹੁੰਦਾ ਕਿ ਤੁਹਾਨੂੰ ਠੀਕ ਕਿਵੇਂ ਰਹਿਣਾ, ਆਪਣੇ ਆਪ ਨੂੰ ਠੀਕ ਕਿਵੇਂ ਰੱਖਣਾ, ਉਹਨਾਂ ਦੀ ਰੀਸ ਕਰਦੇ ਆ ਅਸੀਂ। ਪਰਸਨਲੀ ਨਿਕਲ ਕੇ ਦੇਖੋ, ਚਲੋ ਛੱਡੋ, ਮੈਂ ਚੈਨਲ ਤੇ ਰਹਿਣਾ ਹਨਾ, ਸਾਡਾ ਚਿਹਰਾ ਚੈਨਲ ਤੇ ਤੁਸੀਂ ਦੇਖੋਗੇ ਕਿ ਜੰਗ ਲੱਗਣਾ ਮੈਂ 23-24 ਸਾਲ ਦਾ ਲੱਗਦਾ, ਉੱਥੇ ਮੇਕਅਪ ਕਿੰਨਾ ਕੁ ਥੱਪਿਆ ਹੁੰਦਾ। ਅਸੀਂ ਉਹ ਇੱਕ ਦਿਖਾਵਾ ਕਰ ਰਹੇ ਹਾਂ, ਦਿਖਾਵੇ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਅਸੀਂ ਉਹ ਆਪਣੀ ਜਿਹੜੀ ਕੁਦਰਤੀ ਪ੍ਰੋਸੈਸ ਹੈ ਉਹ ਚੋਂ ਬਾਹਰ ਹੋ ਗਏ। ਠੀਕ ਹੈ ਸਰ, ਖੁਰਾਕਾਂ ਦੇਖੋ, ਅਸੀਂ ਆਮ ਪਰਿਵਾਰਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹ ਉਹਨਾਂ ਹੀਰੋ ਹੀਰੋਇਨ ਵਰਗੀਆਂ ਖੁਰਾਕਾਂ ਵੀ ਨਾ ਖਾ ਸਕਦੇ। ਸਲਮਾਨ ਖਾਨ ਜੇ ਅੱਜ ਵੀ ਉਹ ਸਾਨੂੰ ਲੱਗਦਾ ਵੀ ਉਹ ਯੰਗ ਲੱਗਦਾ ਹੈਗਾ ਆ ਔਰ ਉਹਦੀ ਉਮਰ ਜਿਹੜੀ ਹੈਗੀ ਉਹ 50 ਨੂੰ ਟੁਕਣ ਡਈ ਆ, ਲੇਕਿਨ ਉਹਦੇ ਪਿੱਛੇ ਉਹ ਸਲਮਾਨ ਖਾਨ ਦਾ ਹੱਥ ਥੋੜੀ ਹੈ। ਉਹਦਾ ਜਿਹੜੇ ਡਾਈਟੀਸ਼ੀਅਨ ਬੈਠੇ ਆ ਜਿਹੜੇ ਉਹਨੂੰ ਇਹ ਦੱਸਦੇ ਵੀ ਕੁਦਰਤੀ ਢੰਗ ਨਾਲ ਵੀ ਕਿੱਦਾਂ ਕੀ ਖਾਣਾ ਕੀ ਨਹੀਂ ਖਾਣਾ, ਉਹ ਹਰ ਚੀਜ਼ ਉਹਨਾਂ ਨੂੰ ਉਹ ਦੱਸੀ ਜਾਂਦੀ ਆ, ਉਹਦੇ ਮੁਤਾਬਕ ਉਹ ਰਹਿ ਰਹੇ ਆ। ਲੇਕਿਨ ਇਹਦੇ ਵਿੱਚ ਇੱਕ ਸਰ ਹੋਰ ਵੀ ਗੱਲ ਹੈਗੀ ਆ, ਅਸੀਂ ਜਿਹਨਾਂ ਹੀਰੋਇਨਾਂ ਨੂੰ ਟੀਵੀ ਦੇ ਉੱਤੇ ਦੇਖਦੇ ਆ ਨਾ, ਤੁਸੀਂ ਉਹਨਾਂ ਵੱਲ ਨੂੰ ਨਜ਼ਰ ਮਾਰ ਕੇ ਦੇਖੋ। ਮੈਂ ਤੁਹਾਨੂੰ ਦਰਜਨਾਂ ਹੀਰੋਇਨ ਦੇ ਨਾਮ ਦੱਸ ਸਕਦਾ ਜਿਨ੍ਹਾਂ ਨੇ ਵਿਆਹ ਤੋਂ ਇੱਕਦਮ ਬਾਅਦ ਬੇਬੀ ਪਲਾਨ ਕੀਤਾ, ਸਾਰੀਆਂ ਹੀ ਗਰਭਵਤੀ ਹੋ ਕੇ ਬੱਚੇ ਨੂੰ ਜਨਮ ਦੇ ਰਹੀਆਂ। ਚਾਹੇ ਐਸ਼ਵਰੀਆ ਰਾਏ ਸੀ, ਕਰੀਨਾ ਕਪੂਰ ਆ, ਕ੍ਰਿਸ਼ਮਾ ਕਪੂਰ ਆ ਜਾਂ ਕਾਜੋਲ ਹੈ, ਸਾਰਿਆਂ ਨੇ ਵਿਆਹ ਤੋਂ ਬਾਅਦ ਇੱਕਦਮ ਬੱਚਾ ਪੈਦਾ ਕੀਤਾ, ਉਹਨਾਂ ਨੇ ਆਪਣੀ ਫੈਮਿਲੀ ਦੇਖੀ ਹੈਗੀ। ਸੋ ਮੁੜ ਕੇ ਗੱਲ ਇੱਥੇ ਆ ਜਾਂਦੀ ਹੈ, ਜਿਨ੍ਹਾਂ ਨੂੰ ਅਸੀਂ ਆਈਡਲ ਮੰਨਦੇ ਹੈਗੇ ਆ ਉਹ ਤਾਂ ਵਿਆਹ ਤੋਂ ਬਾਅਦ ਦੇ ਵਿੱਚ ਕੋਈ ਬੱਚੇ ਪਲੈਨਿੰਗ ਦੇ ਵਿੱਚ ਦੇਰੀ ਨਹੀਂ ਕਰਦੇ। ਸੋ ਅਸੀਂ ਪਤਾ ਨਹੀਂ ਕਿਹੜੀ ਪੱਗ ਨੂੰ ਪਿਓ ਆ, ਸਿੱਧੀ ਗੱਲ ਹੈ। ਜੇ ਆਪਾਂ ਦੇਸੀ ਝਟਕੇ ਵਾਲੀ ਗੱਲ ਕਰੀਏ ਤੇ ਗੱਲ ਫਿਰ ਉੱਥੇ ਆ ਜਾਂਦੀ ਆ, ਜਦੋਂ ਤੁਹਾਡਾ ਵਿਆਹ ਹੋ ਜਾਂਦਾ ਇੱਕਦਮ ਬੇਬੀ ਪਲਾਨ ਕਰੋ,
ਪਰਿਵਾਰ ਦੇ ਪਹਿਲੇ ਬੱਚੇ 'ਚ ਦੇਰੀ ਨਹੀਂ ਹੋਣੀ ਪਹਿਲੇ ਚਾਹੀਦੀ, ਬੱਚੇ 'ਚ ਤੁਹਾਡਾ ਕਹਿਣ ਦਾ ਭਾਵ ਉਹੀ ਹੈ। ਪਹਿਲੇ ਬੱਚੇ 'ਚ ਦੇਰੀ ਨਹੀਂ ਹੋਣੀ ਚਾਹੀਦੀ। ਹਾਂ ਦੂਜੇ ਦੂਜੇ 'ਚ ਫਿਰ ਹੁੰਦੀ ਨਹੀਂ, ਕਿਉਂਕਿ ਨੇਚਰਲੀ ਕੁਦਰਤ ਦਾ ਤੁਸੀਂ ਕੁਦਰਤ ਨਾਲ ਜੁੜ ਗਏ ਨਾ। ਪਹਿਲਾ ਬੱਚਾ ਆ ਗਿਆ, ਮਾਂ-ਬਾਪ ਨੂੰ ਖੁਸ਼ੀ ਹੁੰਦੀ ਕਿ ਮੇਰਾ ਹੁਣ ਮੰਨ ਲਓ ਜੇ ਬੇਟੀ ਆ ਗਈ ਬੇਟਾ ਆ ਜਾਵੇ, ਜੇ ਬੇਟਾ ਆ ਗਿਆ ਤਾਂ ਬੇਟੀ ਆ ਜਾਵੇ, ਕਿ ਜੋੜੀ ਬਣ ਜਾਵੇ। ਇਹ ਚੀਜ਼ ਹੁੰਦੀ ਆ, ਕਿਉਂਕਿ ਸਭ ਤੋਂ ਵੱਡੀ ਉਸ ਬੱਚੇ ਦਾ ਮੋਹ ਆਣ ਲੱਗ ਪੈਂਦਾ। ਔਰ ਸਭ ਤੋਂ ਦੇਖੋ ਜਦੋਂ ਤੁਹਾਨੂੰ ਕਿਸੇ ਚੀਜ਼ ਦਾ ਸਾਡੇ ਦਾਦੇ ਦਾ ਵੀ ਬੜਾ ਰੋਲ ਰਿਹਾ ਜੀ। ਨਹੀਂ ਹੁਣ ਜਵਾਕ ਕੱਲਾ ਤੁਰਿਆ ਫਿਰਦਾ ਇਸ ਤਰ੍ਹਾਂ ਦਾਦੇ ਦੇਖੋ, ਦਾਦੇ ਜਿਹੜਾ ਪੋਤੇ ਦੀ ਪਹਿਲੀ ਯਾਰੀ ਹੁੰਦੀ ਦਾਦੇ ਨਾਲ, ਔਰ ਦਾਦੇ ਦੀ ਲਾਸਟ ਯਾਰੀ ਹੁੰਦੀ ਆ ਪੋਤੇ ਨਾਲ। ਸੋ ਮੋਹ ਕਿਤੇ ਨਾ ਕਿਤੇ ਇਹੋ ਜਿਹਾ ਹੁੰਦਾ। ਤੁਸੀਂ ਸਾਰੇ ਦਿਨ ਦੀ ਥਕਾਵਟ ਹੁੰਦੀ ਤੁਹਾਡੀ ਨਾ, ਜਿੰਨਾ ਮਰਜ਼ੀ ਇੱਥੋਂ ਤੁਸੀਂ ਸਟ੍ਰੈਸ ਚੋਂ ਕੰਮ ਚੋਂ ਨਿਕਲ ਕੇ ਗਏ ਆ, ਜਦੋਂ ਤੁਸੀਂ ਬੱਚਿਆਂ 'ਚ ਜਾਂਦੇ ਆ ਉਹ ਖਤਮ ਹੋ ਜਾਂਦੀ, ਇੱਕਦਮ ਖਤਮ ਹੁੰਦੀ ਹੈ। ਤੁਸੀਂ ਸਾਰਾ ਦਿਨ ਤੁਸੀਂ ਕਰਦੇ ਹੋ ਨਾ, ਤੁਸੀਂ ਅੱਜ ਆਪਾਂ ਕੁਛ ਨਹੀਂ ਵੈਸੇ ਨਾਰਮਲ ਬੈਠੀ ਗੱਲਾਂ ਕਰਦੇ ਆ, ਤੁਸੀਂ ਪਰਿਵਾਰ 'ਚ ਜਾ ਕੇ ਬੈਠੋਗੇ ਤੁਹਾਨੂੰ ਸਾਰਾ ਕੁਝ ਭੁੱਲ ਜਾਂਦਾ। ਜਿਸ ਪਰਿਵਾਰ 'ਚ ਬੱਚਾ ਹੀ ਨਹੀਂ, ਪਲਾਨਿੰਗ ਕਰਕੇ ਰੱਖ ਕੇ ਬੈਠ ਗਏ ਆ, ਬੱਚਾ ਹੀ ਨਹੀਂ ਹੈਗਾ, ਸ਼ਾਮ ਨੂੰ ਦੋਨੇ ਜਾਣੇ ਸਿਰ ਐ ਫੜ ਕੇ ਉਧਰ ਕੋਈ ਬੈਠਾ ਹੁੰਦਾ, ਕੋਈ ਉਧਰ ਫੜ ਕੇ ਬੈਠਾ। ਬੇਸਿਕਲੀ ਭਾਜੀ ਅਸੀਂ ਨਾ ਉਹਨਾਂ ਚੀਜ਼ਾਂ ਨੂੰ ਚੈਲੰਜ ਕਰਨ ਦੇ ਉੱਤੇ ਲੱਗੇ ਆ ਕਿ ਜਿਨ੍ਹਾਂ ਨੂੰ ਆਲਰੇਡੀ ਪਲਾਨ ਕੀਤਾ, ਇਸ ਤੋਂ ਵੱਡਾ ਹੋਰ ਪਲਾਨ ਕੀਤਾ ਹੈ। ਇਸ ਤੋਂ ਮੈਂ ਉਹੀ ਤਾਂ ਗੱਲ ਕਰ ਰਿਹਾ ਕਿ ਇਸ ਤੋਂ ਵੱਡਾ ਹੋਰ ਕੀ ਪਲਾਨਿੰਗ ਹੋਵੇ ਕਿ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਤੇ ਉਹਦੀ ਖੁਰਾਕ ਉਹਦੀ ਛਾਤੀਆਂ 'ਚ ਆ ਗਈ। ਦੱਸੋ ਇਸ ਤੋਂ ਵੱਡੀ ਕੋਈ ਪਲਾਨਿੰਗ ਹੋ ਸਕਦੀ ਹੈ? ਕੁਦਰਤ ਨੂੰ ਨਾ, ਕੁਦਰਤ ਦੀ ਛੇੜਖਾਨੀ ਜਦੋਂ ਵੀ ਹੋਈ ਆ ਅਸੀਂ ਪ੍ਰੋਬਲਮ ਦਾ ਸਾਹਮਣਾ ਕੀਤਾ। ਜਦੋਂ ਵੀ ਕੁਦਰਤ ਦੀ ਇਹ ਅਸੀਂ ਛੇੜਖਾਨੀ ਕੋਸ਼ਿਸ਼, ਚਾਹੇ ਉਹ ਬੱਚੇ ਦੇ ਮਸਲੇ 'ਚ ਹੋਵੇ, ਚਾਹੇ ਉਹ ਕੁਦਰਤ ਨੇ ਦਰਖਤਾਂ ਦੇ ਮਸਲੇ 'ਚ ਕੀਤੀ ਹੈ, ਚਾਹੇ ਉਹ ਪਰਾਲੀ ਜਾਲਣ ਦੇ ਮਸਲੇ 'ਚ, ਚਾਹੇ ਕਿਸੇ ਮਸਲੇ 'ਚ ਵੀ ਕੀਤੀ ਹੈ। ਹੁਣ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਆ, ਉਹ ਵੀ ਕੁਦਰਤ ਨਾਲ ਖਿਲਵਾੜ ਹੈ। ਹੁਣ ਪਿੱਪਲ ਟਾਹਲੀਆਂ ਇਹ ਕਿੱਥੇ ਗਈਆਂ ਸਾਡੀਆਂ? ਆਕਸੀਜਨ ਲੈਵਲ ਨਹੀਂ ਹੈਗਾ, ਜਾਂ ਆਕਸੀਜਨ ਦੇ ਸਿਲੰਡਰ ਲੱਭਦੇ ਫਿਰਦੇ ਆ। ਸੋ ਸਾਡਾ ਤਾਂ ਬਣਦਾ ਨਾ, ਕੁਦਰਤ ਦਾ ਪ੍ਰੋਸੈਸ ਹੈ। ਇੱਕ ਦਰਖਤ ਲਾਈਏ, ਅਸੀਂ ਨਹੀਂ ਲਾ ਰਹੇ। ਸਾਡੀ ਦਿੱਕਤ ਐ ਨਹੀਂ ਕਿ ਅਸੀਂ ਬਾਹਰੋਂ ਮੁਫਤ ਵਾਲਾ ਆਕਸੀਜਨ ਨਹੀਂ ਲੈਂਦੇ, ਫਿਰ ਹਸਪਤਾਲ ਪਹੁੰਚ ਕੇ ਉਹਦੀ ਪੇਮੈਂਟ ਦੇ ਦਿੰਦੇ ਆ। ਸੋ ਡਾਕਟਰ ਸਾਹਿਬ ਸ਼ਾਮ ਜੀ, ਸਾਨੂੰ ਇਹ ਸਮਝਾਓ ਜਾਂਦੇ ਜਾਂਦੇ ਆਪਣੇ ਤਜਰਬੇ ਦੇ ਵਿੱਚੋਂ, ਜਿਹੜੇ ਮੁੰਡੇ ਕੁੜੀਆਂ ਇਸ ਵਾਲੇ ਪਾਸੇ ਨੂੰ ਸੋਚ ਰਹੇ ਨੇ ਜਾਂ ਪਏ ਹੋਏ ਨੇ, ਉਹਨਾਂ ਨੂੰ ਆਪਣੇ ਵੱਲੋਂ ਆਪਣੀ ਪ੍ਰੈਕਟਿਸ ਦੇ ਵਿੱਚੋਂ ਤੁਸੀਂ ਕੀ ਸੁਨੇਹਾ ਦਵੋਗੇ? ਕਸਮ ਜੀ, ਜਿਹੜੇ ਅੱਜ ਦੇ ਕਪਲ ਹੈਗੇ ਆ, ਮਤਲਬ ਇਹ ਸੋਚਦੇ ਆ ਕਿ ਅਸੀਂ ਜਿਹੜੀ ਆਪਣੀ ਮੈਰਿਜ ਲਾਈਫ ਹੈਗੀ ਆ ਉਹਨੂੰ ਵਧੀਆ ਇੰਜੋਏ ਕਰਨਾ, ਤੇ ਉਹਨਾਂ ਨੂੰ ਜਿਹੜੇ ਫੈਮਿਲੀ ਦੇ ਵਿੱਚ ਨਾ ਬੇਬੀ ਜ਼ਰੂਰ ਲੈਣੇ ਚਾਹੀਦੇ ਆ। ਇੱਕ ਨਹੀਂ, ਦੋ ਨਹੀਂ, ਮਤਲਬ ਇੱਕ ਤਾਂ ਬਿਲਕੁਲ ਘੱਟ ਆ, ਦੋ ਜ਼ਰੂਰ ਚਾਹੀਦੇ ਆ। ਕਿਉਂਕਿ ਦੋ ਬੱਚੇ ਕਹਿੰਦੇ ਨੇ ਵੀ ਛੋਟਾ ਪਰਿਵਾਰ ਸੁਖੀ ਵੀ ਆ, ਤੇ ਪਰਿਵਾਰ ਵੀ ਛੋਟਾ, ਪਰ ਦੋ ਜ਼ਰੂਰ ਚਾਹੀਦੇ ਹੋ ਜਾਂਦਾ। ਇੱਕ ਮੰਨ ਕੇ ਚੱਲਦੇ, ਇੱਕ ਬੇਟਾ ਇੱਕ ਬੇਟੀ ਆ, ਬੇਟੀ ਦੇ ਵਿਆਹ ਕੇ ਆਪਣੇ ਘਰੇ ਚੱਲ ਗਈ, ਬੇਟਾ ਇੱਕ ਰਹਿ ਗਿਆ, ਉਹ ਬੇਟਾ ਨਿਕਲ ਗਿਆ ਕੁੱਤੇ ਦਾ ਹੱਡ। ਉਹ ਮਾਂ ਬਾਪ ਦਾ ਮੰਜਾ ਗੂੰਜੇ ਹੋਵੇ, ਆ ਬੇਟਾ ਜੇ ਦੋ ਹੋਣਗੇ ਦੂਜੇ ਕੋ ਤਾਂ ਚੱਲ ਤੂੰ ਛੱਡ, ਤੇ ਕੋ ਨਹੀਂ ਜਾਂਦੀ, ਮੈਂ ਦੋ ਕੋ ਰੋਟੀ। ਦੇਸੀ ਗੱਲ ਹੈ ਜਿੰਨਾ ਦੀ ਗੱਲ ਇਹ ਆ, ਜਿਹੜੀ ਹੁਣ ਬੱਚੇ ਤੋਂ ਦੀ ਗੱਲ ਕਰਦੇ ਆ, ਉਹਦੇ ਚ ਆਪਾਂ ਲੜਕੀ ਜਾਂ ਲੜਕਾ, ਉਹਦੇ ਚ ਮੈਂ ਨਹੀਂ ਸਮਝਦਾ ਕੋਈ ਇਦਾਂ ਦੀ ਗੱਲ ਹੈਗੀ ਆ। ਪਰ ਇਹ ਆ ਵੀ ਲੜਕੀ ਵੀ ਸਾਡਾ ਉਹ ਮੁੰਡਿਆਂ ਦੇ ਵੀ ਨਾਲੋਂ ਜ਼ਿਆਦਾ ਕਰਦੀਆਂ ਹੈਗੀਆਂ। ਪਰ ਜੇ ਆਪਾਂ ਅਟੈਚਮੈਂਟ ਜ਼ਿਆਦਾ ਹੁੰਦੀ ਹੈ, ਕਿਉਂਕਿ ਲੜਕੀ ਦੀ ਪੇਰੈਂਟਸ ਨਾਲ ਜ਼ਿਆਦਾ ਅਟੈਚਮੈਂਟ ਹੁੰਦੀ, ਪਰ ਲੜਕੇ ਕੋਲ ਬੈਠੇ ਵੀ ਕਈ ਵਾਰ ਉੱਠਦੇ ਨਹੀਂ, ਹਨਾ। ਪਰ ਇਹ ਵੀ ਲੜਕੇ ਨੂੰ ਮਾੜਾ ਨਹੀਂ ਕਹਿੰਦੇ ਵੀ ਲੜਕੇ ਮਾੜੇ ਹੁੰਦੇ ਆ, ਪਰ ਉਹਨਾਂ ਦੀ ਇਹ ਹੁੰਦਾ ਵੀ ਚਲੋ ਸਾਡੇ ਕੋਲੇ ਹੀ ਆ। ਕੁੜੀਆਂ ਨੂੰ ਇਹ ਹੁੰਦਾ ਵੀ ਚੱਲ ਕੇ ਜਾਣਾ, ਮੰਮੀ ਡੈਡੀ ਨੂੰ ਮਿਲ ਕੇ ਆਉਣਾ, ਇਸ ਕਰਕੇ ਉਹ ਬਰਾਬਰ ਦੇ ਹੈਗੇ ਜੀ। ਤੇ ਮੈਂ ਤਾਂ ਇਹ ਸਮਝਦਾ ਵੀ ਸਭ ਨੂੰ ਇਹ ਚਾਹੀਦਾ ਵੀ ਜਿਹੜਾ ਲਾਈਫ ਦੇ ਵਿੱਚ ਅਗਰ ਮੌਕਾ ਮਿਲਦਾ, ਜਦੋਂ ਵੀ ਮੌਕਾ ਮਿਲਦਾ, ਉਸ ਵੇਲੇ ਆਪਣਾ ਜਿਹੜਾ ਫੈਮਿਲੀ ਨੂੰ ਕਨਸੀਵ ਕਰ ਲੈਣਾ ਚਾਹੀਦਾ। ਕਿਉਂਕਿ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ 2 ਸਾਲ ਬਾਅਦ ਕਰੂੰਗਾ, ਕਿਉਂਕਿ ਅਸੀਂ 2 ਸਾਲ ਦੀ ਪਲੈਨਿੰਗ ਕਰਕੇ ਬੈਠੇ, ਜੇ ਉਹਦੀ ਪਲੈਨਿੰਗ ਵਿਗੜ ਗਈ ਤਾਂ ਫਿਰ ਕੀ ਕਰਾਂਗੇ? ਬਹੁਤ ਸੋਹਣੀ ਗੱਲ ਕਹੀ ਹੈ ਡਾਕਟਰ ਸਾਹਿਬ, ਕਿ ਉਹਨਾਂ ਦਾ ਕਹਿਣਾ ਕਿ ਜੇ ਅਸੀਂ 2 ਸਾਲ ਦੀ ਪਲੈਨਿੰਗ ਕਰੀ ਬੈਠੇ ਆ, ਜੇ ਉਹਦੀ ਪਲੈਨਿੰਗ ਵਿਗੜ ਗਈ ਸਾਡੇ ਪ੍ਰਤੀ, ਤੇ ਫਿਰ ਅਸੀਂ ਹੱਥ ਮਲਦੇ ਰਹਿ ਜਾਾਂਗੇ। ਡਾਕਟਰ ਸਾਹਿਬ ਜਾਂਦੇ ਜਾਂਦੇ ਤੁਸੀਂ ਕੀ ਕਹੋਗੇ? ਬਸ ਇਹੀ ਹੈ ਸਰ, ਆਪਣਾ ਦੇਖੋ ਸਾਰਿਆਂ ਨੂੰ ਹੁਣ ਅੱਜ ਕੱਲ ਸਾਰੇ ਪੜ੍ਹੇ ਲਿਖੇ ਵੀ ਆ, ਤਕਰੀਬਨ ਸੋਸ਼ਲ ਮੀਡੀਆ ਤੇ ਵੀ ਐਕਟਿਵ ਆ, ਔਰ ਸਾਰੇ ਕੋਈ ਵੀ ਗੱਲ ਹੁੰਦੀ ਆ ਇੱਕਦਮ ਇੰਟਰਨੈਟ ਤੇ ਸਰਚ ਮਾਰ ਲੈਂਦੇ ਆ, ਹਨਾ, ਵੀ ਦੇਖੇ ਯਾਰ ਇਹਦੇ ਬਾਰੇ ਕੀ ਹੈ। ਹਾਂ, ਉਹ ਇਸ ਲਈ ਇਹ ਚੀਜ਼ਾਂ ਬਾਰੇ ਵੀ ਆਪਾਂ ਨੂੰ ਸਾਰਿਆਂ ਨੂੰ ਸੁਚੇਤ ਰਹਿ ਕੇ ਇਹਨਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਆ। ਕਿਉਂਕਿ ਇਹੀ ਚੀਜ਼ਾਂ ਜਦੋਂ ਆਪਾਂ ਇਹ ਪ੍ਰੋਸੈਸ ਨੂੰ ਡਿਲੇ ਕਰਦੇ ਆ ਜਾਂ ਉਹਨਾਂ ਛੇੜਖਾਨੀ ਕਰਦੇ ਆ, ਉਹਦੇ ਕਰਕੇ ਅੱਜ ਆਪਣੇ ਬ੍ਰੈਸਟ ਕੈਂਸਰ ਹੋ ਗਏ, ਜਾਂ ਯੂਟਰਸ ਦੇ ਰਸੋਲੀਆਂ ਹੋ ਗਈਆਂ, ਕੈਂਸਰ ਉਹ ਬਣ ਜਾਂਦਾ ਅੱਗੇ ਜਾ ਕੇ। ਉਹ ਫਿਰ ਇੱਕ ਵਾਰੀ ਹੋ ਗਿਆ ਤਾਂ ਉਹ ਫਿਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਚੱਲਦਾ, ਹਨਾ। ਜੇ ਆਪਾਂ ਹੈਰੀਡਿਟਰੀ ਜਿਹਨੂੰ ਕਹਿ ਦਿੰਦੇ ਆ, ਵੀ ਜਦੋਂ ਕੋਈ ਕੈਂਸਰ ਹੋਇਆ ਵੀ ਪੁੱਛੀਦਾ ਵੀ ਤੁਹਾਨੂੰ ਪਰਿਵਾਰ ਚ ਪਹਿਲਾਂ ਵੀ ਕਿਸੇ ਨੂੰ ਸੀ, ਮਦਰ ਨੂੰ ਸੀ ਜਾਂ ਫਾਦਰ ਨੂੰ ਜਾਂ ਕਿਸੇ ਵੀ ਮੈਂਬਰ ਨੂੰ ਸੀਗਾ। ਇਹਨਾਂ ਚੀਜ਼ਾਂ ਦਾ ਇੱਥੇ ਜਾ ਕੇ ਫਿਰ ਬਹੁਤ ਵੱਡਾ ਸਾਨੂੰ ਨੁਕਸਾਨ ਹੁੰਦਾ, ਔਰ ਉਹ ਫਿਰ ਨੁਕਸਾਨ ਦੀ ਕਦੀ ਭਰਪਾਈ ਨਹੀਂ ਬੰਦਾ ਕਰ ਸਕਦਾ। ਇਸ ਲਈ ਇਹ ਚੀਜ਼ ਦਾ ਜ਼ਰੂਰ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਆ, ਸਾਰਿਆਂ ਨੂੰ ਅਪ ਟੂ ਡੇਟ ਵੀ ਰਹਿਣਾ ਚਾਹੀਦਾ, ਹਨਾ। ਬਸ ਇਹੀ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਡਾਕਟਰ ਸਾਹਿਬਾਨ ਦਾ, ਬਹੁਤ ਬਹੁਤ ਸ਼ੁਕਰੀਆ।
ਸੋ ਡਾਕਟਰ ਸੰਜੀਵ ਜੀ ਤੁਹਾਡਾ ਬਹੁਤ ਸ਼ੁਕਰੀਆ, ਡਾਕਟਰ ਸ਼ਾਮ ਜੀ ਤੁਹਾਡਾ ਬਹੁਤ ਸ਼ੁਕਰੀਆ, ਡਾਕਟਰ ਬਾਲੀ ਜੀ, ਸੂਰਜ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੇ ਇਹਨਾਂ ਡਾਕਟਰਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਕਿਵੇਂ ਲੱਗੀਆਂ, ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਨੂੰ ਜ਼ਰੂਰ ਦਿਓ। ਫਿਰ ਵੀ ਤੁਸੀਂ ਕਿਸੇ ਵੀ ਡਾਕਟਰ ਜੋ ਸਾਡੇ ਨਾਲ ਇੱਥੇ ਬੈਠੇ ਨੇ, ਅਗਰ ਉਹਨਾਂ ਨਾਲ ਕੰਸਰਨ ਕਰਨਾ ਹੋਵੇ ਤਾਂ ਅਸੀਂ ਇਸ ਵੇਲੇ ਬੰਗਾ ਦੇ ਵਿੱਚ ਬੈਠੇ ਹਾਂ, ਗੜਸ਼ੰਕਰ ਰੋਡ ਦੇ ਉੱਤੇ ਨੇਵਲ ਅੰਮ੍ਰਿਤ ਹੈਗੀ ਹੈ, ਜਿਸ ਦੇ ਜ਼ਰੀਏ ਇੱਥੇ ਟ੍ਰੀਟਮੈਂਟ ਹੈਗਾ ਉਹ ਕੀਤਾ ਜਾਂਦਾ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ, ਮੈਨੂੰ ਇਹ ਡਿਸਕਸ਼ਨ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।